ਕਵਨ ਸੁਗੁਪਤਾ। ਇਹ ਸਿੱਧਾਂ ਨੇ ਮਿਲ ਕੇ ਸਵਾਲ ਕੀਤੇ ਹਨ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸਮੇਰ ਪਰਬਤ 'ਤੇ ਪਹੁੰਚੇ ਹੋਏ ਨੇ। ਰਾਮਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਸਰਲੇਖ ਹੇਠ ਇਹ ਗੁਰਬਾਣੀ ਉਚਾਰਨ ਹੋ ਰਹੀ ਹੈ। ਬਾਬਾ ਬੁੱਢਾ ਅਤੇ ਭਾਈ ਲਹਿਣਾ ਸਾਹਿਬ ਜੀ ਦੇ ਕਹਿਣ ਤੋਂ ਕਰਤਾਰਪੁਰ ਸਾਹਿਬ ਵਿਖੇ ਸਰਵਣ ਕਰਵਾ ਰਹੇ ਨੇ। ਸਿੱਧਾਂ ਨੇ ਮਿਲ ਕੇ ਪ੍ਰਸ਼ਨ ਕੀਤੇ, ਕਮਨ ਸੁਗੁਪਤਾ ਉਹ ਕੌਣ ਹੈ ਜੋ ਛੁਪਿਆ ਹੋਇਆ ਹੈ? ਕਵਨ ਸੁਮੁਕਤਾ ਉਹ ਕੌਣ ਹੈ ਜੋ ਸੰਸਾਰ ਵਿੱਚ ਮੁਕਤ ਰੂਪ ਹੈ? ਕਵਨ ਸੋ ਅੰਤਰ ਬਾਹਰ ਜੁਗਤਾ। ਉਹ ਕੌਣ ਹੈ ਜੋ ਅੰਦਰੋਂ ਤੇ ਬਾਹਰੋਂ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ? ਕਵਨ ਸੋ ਆਵੈ ਉਹ ਕੌਣ ਹੈ ਜੋ ਦੁਨੀਆ ਵਿੱਚ ਜਨਮ ਧਾਰ ਕੇ ਆਉਂਦਾ ਹੈ? ਕਵਨ ਸੋ ਜਾਇ ਉਹ ਕੌਣ ਹੈ ਜੋ ਦੁਨੀਆ ਤੋਂ ਮਰ ਕੇ ਜਾਂਦਾ ਹੈ? ਕਵਨ ਸੋ ਤ੍ਰਿਭਵਨ ਰਹਿਆ ਸਮਾਇ। ਸੋ ਉਹ ਕੌਣ ਹੈ ਜੋ ਤਿੰਨਾਂ ਭਵਨਾਂ ਦੇ ਵਿੱਚ ਸਮਾ ਰਿਹਾ, ਵਿਆਪਕ ਹੋ ਰਿਹਾ ਹੈ। ਹੁਣ ਗੁਰੂ ਸਾਹਿਬ ਜੀ ਦੀ ਵਾਰੀ ਹੈ। ਮਹਾਰਾਜ ਉੱਤਰ ਬਖਸ਼ਿਸ਼ ਕਰ ਰਹੇ ਹਨ। ਘਟ ਘਟ ਗੁਪਤਾ ਮਨਮੁਖਾਂ ਦੇ ਘਾਟਾਂ ਘਟਾਂ ਵਿੱਚ ਪਰਮੇਸ਼ਰ ਲੁਕਿਆ ਹੋਇਆ ਹੈ। ਘਾਟਾਂ ਘਟਾਂ 'ਚ ਪਰਮੇਸ਼ਰ ਨਿਰਗੁਣ ਸਰੂਪ ਹੋਣ ਕਰਕੇ ਗੁਪਤ ਹੈ। ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ, ਤੇਰਾ ਭਾਉ ਨਾ ਬੁਝੈ ਗਵਾਰੀ। ਜਿਹੜੇ ਬੇਸਮਝ ਮਨਮੁਖ ਲੋਕ ਨੇ ਉਹ ਤੇਰੇ ਪ੍ਰਕਾਸ਼ ਨੂੰ, ਤੇਰੇ ਭਾਅ ਨੂੰ ਸਮਝਦੇ ਨਹੀਂ ਹੈ। ਤੂੰ ਉਹਨਾਂ ਦੇ ਹਿਰਦਿਆਂ ਵਿੱਚ ਵੀ ਪਰ ਲੁਕਿਆ ਹੋਇਆ ਹੈ। ਸੋ ਸਗਲ ਬਨਸਪਤ ਮੈਂ ਬੈਸੰਤਰ, ਜਿਵੇਂ ਸਾਰੀ ਬਨਸਪਤੀ ਵਿੱਚ ਅੱਗ ਲੁਕੀ ਹੋਈ ਹੈ। ਸਗਲ ਦੁੱਧ ਮੈਂ ਘੀਆ, ਸਾਰੇ ਦੁੱਧ ਵਿੱਚ ਦੇਸੀ ਘਿਓ ਲੁਕਿਆ ਹੋਇਆ ਹੈ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ। ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਇਸ ਤਰ੍ਹਾਂ ਉੱਚਿਆਂ ਤੇ ਨੀਵਿਆਂ ਵਿੱਚ ਸਭਨਾਂ 'ਚ ਹੀ ਵਾਹਿਗੁਰੂ ਤੇਰੀ ਜੋਤ ਸਮਾਈ ਹੋਈ ਹੈ। ਘਟਾ ਘਟਾਂ 'ਚ ਹੀ ਮਾਧੋ ਸਭਨਾਂ ਜੀਆਂ ਦੇ ਵਿੱਚ, ਤੇ ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਅੰਨ ਪਾਣੀ ਮੋਚੋ ਪਾਏ। ਤੇ ਇਉਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਸਭਨਾਂ ਨੂੰ ਅੰਨ ਪਾਣੀ ਦੇ ਰਹੇ ਨੇ। ਸਭਨਾਂ ਦੇ ਹਿਰਦਿਆਂ ਦੇ ਵਿੱਚ ਉਹਨਾਂ ਦਾ ਵਾਸਾ ਹੋ ਰਿਹਾ ਹੈ। ਪਰ ਗੁਰਮੁਖ ਜਿਹੜੇ ਨੇ ਉਹ ਪ੍ਰਗਟ ਕਰਕੇ ਦੇਖ ਲੈਂਦੇ ਨੇ। ਜਿਹੜੇ ਮਨਮੁਖ ਨੇ ਉਹ ਮਹਾਰਾਜ ਨੂੰ ਸਮਝਦੇ ਨਹੀਂ ਹਨ। ਗੁਰਮੁਖ ਮੁਕਤਾ ਜਿਹੜੇ ਗੁਰਮੁਖ ਨੇ ਉਹ ਸਮਝ ਕੇ ਗੁਰਾਂ ਦੁਆਰਾ ਸੱਚ ਸਰੂਪ ਦੇ ਗਿਆਨ ਨੂੰ ਪਾ ਕੇ ਮੁਕਤ ਰੂਪ ਹੋਏ ਹਨ। ਅੰਤਰ ਬਾਹਰ ਸ਼ਬਦ ਸੋ ਜੁਗਤਾ। ਸਾਰੇ ਜਗਤ ਦੀ ਹੋਇਆ ਹੈ ਇਸੇ ਪ੍ਰਕਾਰ। ਅੰਤਰ ਬਾਹਰੇ ਸ਼ਬਦ ਸੋ ਜੁਗਤਾ। ਜੋ ਬਾਹਰੋਂ ਵਿਹਾਰਾਂ ਨੂੰ ਕਰਦਾ ਹੋਇਆ ਵੀ ਅੰਦਰੋਂ ਲਿਵ ਲਾਈ ਰੱਖਦਾ, ਉਹੀ ਬ੍ਰਹਮ ਦੇ ਵਿੱਚ ਜੁੜਿਆ ਹੋਇਆ ਹੈ। ਮਨਮੁਖ ਬਿਨਸੈ ਆਵੈ ਜਾਇ। ਮਨਮੁਖ ਨਾਸ਼ ਹੁੰਦੇ ਰਹਿੰਦੇ ਨੇ, ਇਸ ਕਰਕੇ ਆਉਣ ਜਾਣ ਜੰਮਣ ਮਰਨ ਵਿੱਚ ਖਰਾਬ ਹੁੰਦੇ ਹਨ। ਇਹ ਚੌਥੇ ਸਵਾਲ ਦਾ ਉੱਤਰ ਹੈ। ਸੋ ਕਮਨ ਸੋ ਆਵੇ ਕਮਨ ਸੋ ਜਾਏ। ਤੇ ਇਸੇ ਪ੍ਰਕਾਰ ਨਾਨਕ ਮਨਮੁਖ ਬਿਨਸੈ। ਮਨਮੁਖ ਬਿਨਸੈ ਆਵੈ ਜਾਇ। ਮਨਮੁਖਾਂ ਦਾ ਮਨ ਸ਼ਰਧਾ ਦੇ ਵੱਲੋਂ ਬਿਨਸਿਆ ਹੋਇਆ ਹੈ। ਭਾਵ ਮਨਮੁਖਾਂ ਦੇ ਚਿੱਤ ਭਾਵਨਾ ਤੋਂ ਰਹਿਤ ਹੋਣ ਕਰਕੇ ਪਰਮੇਸ਼ਰ ਵੱਲੋਂ ਮਰੇ ਹੋਏ ਹਨ। ਇਸੇ ਕਰਕੇ ਮਨਮੁਖਾਂ ਨੂੰ
ਜੂਨਾਂ ਵਿੱਚ ਆਉਣਾ ਤੇ ਜਾਣਾ ਪੈਂਦਾ ਹੈ। ਗੁਰਮੁਖ ਨਾਨਕ ਗੁਰਮੁਖ ਸਾਚ ਸਮਾਇ। ਪੰਜਵਾਂ ਪ੍ਰਸ਼ਨ ਸੀ ਕਮਣ ਸੋ ਤ੍ਰਿਪਮ ਰਹਿਆ ਸਮਾਏ। ਤਾਂ ਮਹਾਰਾਜ ਉੱਤਰ ਬਖਸ਼ਦੇ ਨੇ, ਨਾਨਕ ਗੁਰਮੁਖ ਸਾਚ ਸਮਾਏ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਥਨ ਕਰਦੇ ਨੇ ਕਿ ਤਿੰਨਾਂ ਭਵਨਾਂ ਦੇ ਵਿੱਚ ਗੁਰਮੁਖ ਜਨ ਹੀ ਗੁਰ ਉਪਦੇਸ਼ ਦੁਆਰਾ ਨਾਮ ਅਭਿਆਸ ਕਰਕੇ ਸੱਚ ਸਰੂਪ ਦੇ ਵਿੱਚ ਸਮਾ ਰਹੇ, ਅਭੇਦ ਹੋ ਰਹੇ ਹਨ। ਇਸੇ ਪ੍ਰਕਾਰ ਨਾਨਕ ਗੁਰਮੁਖ ਸਾਚ ਸਮਾਇ। ਗੁਰੂ ਸਾਹਿਬ ਕਥਨ ਕਰਦੇ ਨੇ ਕਿ ਮੁਖੀ ਚੇਤਨ ਸਰੂਪ ਸੱਚਾ ਪਰਮੇਸ਼ਰ ਹੀ ਸਭ ਥਾਂ ਸਮਾ ਰਿਹਾ ਹੈ। ਕਿਉ ਕਰ ਬਾਧਾ ਸਰਪਨ ਖਾਦਾ। ਫਿਰ ਸਿੱਧਾਂ ਨੇ ਹੋਰ ਸਵਾਲ ਕਰ ਦਿੱਤੇ ਕਿ ਜੀਵ ਮੋਹ ਦੇ ਵਿੱਚ ਕਿਵੇਂ ਵੱਜਾ ਹੋਇਆ ਹੈ, ਕਿਵੇਂ ਵੱਜ ਗਿਆ। ਸਰਪਣ ਖਾਧਾ, ਮਾਇਆ ਦਵੈਤ ਰੂਪ ਸਪਣੀ ਨੇ ਇਸ ਜੀਵ ਨੂੰ ਕਿੰਜ ਖਾਣਾ ਕੀਤਾ ਹੈ। ਕਿਉ ਕਰ ਖੋਇਆ ਕਿਉ ਕਰ ਲਾਦਾ। ਇਸ ਜੀਵ ਨੇ ਕਿਸ ਕਾਰਨ ਕਰਕੇ ਆਪਣਾ ਮਨੁੱਖਾ ਜਨਮ ਵਿਅਰਥ ਗਵਾਉਣਾ ਕੀਤਾ ਤੇ ਇਸ ਜੀਵ ਨੇ ਕਿਵੇਂ ਕਰਕੇ ਪਰਮੇਸ਼ਰ ਨੂੰ ਲੱਭਿਆ, ਜਾਂ ਇਸ ਜੀਵ ਨੇ ਆਪਣੇ ਮਨੁੱਖਾ ਜਨਮ ਨੂੰ ਕਿਵੇਂ ਸਫਲ ਕਰਨ ਦਾ ਢੰਗ ਲੱਭ ਲਿਆ ਹੈ। ਕਿਉ ਕਰ ਨਿਰਮਲ ਕਿਉ ਕਰ ਅੰਧਿਆਰਾ। ਇਸ ਜੀਵ ਦਾ ਕਿਵੇਂ ਕਰਕੇ ਮਨ ਨਿਰਮਲ ਸ਼ੁੱਧ ਪਵਿੱਤਰ ਹੋ ਸਕਦਾ ਹੈ ਤੇ ਇਸ ਜੀਵ ਦਾ ਗਿਆਨ ਰੂਪ ਹਨੇਰਾ ਕਿਸ ਕਰਕੇ ਦੂਰ ਹੋਵੇਗਾ। ਕਿਉ ਤਤ ਵਿਚਾਰੈ। ਇਹਨਾਂ ਪ੍ਰਸ਼ਨਾਂ ਦਾ ਜੋ ਸਿਧਾਂਤ ਵਿਚਾਰ ਨਾ ਕਰੇਗਾ ਸੋ ਗੁਰੂ ਹਮਾਰਾ। ਉਹੀ ਸਾਡਾ ਸਿੱਧਾਂ ਦਾ ਗੁਰੂ ਪੂਜਨੀਕ ਹੋਵੇਗਾ। ਇਸ ਤੋਂ ਅੱਗੇ ਗੁਰੂ ਸਾਹਿਬ ਜੀ ਉੱਤਰ ਬਖਸ਼ਦੇ ਹਨ। ਦੁਰਮਤ ਬਾਧਾ। ਖੋਟੀ ਮਤ ਜਾਂ ਦੁਰਮਤੀਆਂ ਦੀ ਸੰਗਤ ਕਰਕੇ ਇਹ ਜੀਵ ਸੰਸਾਰ ਸਰੀਰਾਂ ਸੰਬੰਧੀਆਂ ਦੇ ਮੋਹ ਆਦਿਕ ਬੰਧਨਾਂ ਦੇ ਵਿੱਚ ਵੱਜਾ ਹੋਇਆ ਹੈ, ਮਤਲਬ ਮੱਤ ਮਾਰੀ ਹੋਈ ਹੈ ਤੇ ਭਗਮੁਖ ਜਨਮ ਵਿਗੋਇਆ। ਤੋ ਜਿੱਧਰੋਂ ਆਇਆ ਸੀ ਉਹਦੇ ਵਿੱਚ ਹੀ ਆਪ ਦਾ ਜਨਮ ਗਵਾ ਬੈਠਾ ਹੈ। ਸਰਪਨ ਖਾਦਾ। ਇਸੇ ਮੋਹ ਕਰਕੇ ਇਸ ਜੀਵ ਨੂੰ ਮਾਇਆ ਰੂਪੀ ਜਾਂ ਦਵੈਤ ਰੂਪੀ ਸਪਣੀ ਨੇ ਖਾਣਾ ਕੀਤਾ ਹੈ। ਮੋਹ ਦਾ ਮਾਰਿਆ ਖਾਧਾ ਜਾ ਰਿਹਾ ਹੈ। ਮਨ ਮੁਖ ਖੋਇਆ। ਇਸ ਜੀਵ ਨੇ ਮਨਮੁਖਤਾ ਜਾਂ ਮਨ ਨੂੰ ਮੁਖੀ ਬਣਾਉਣੇ ਕਰਕੇ ਅਤੇ ਵਿਸ਼ਿਆਂ ਵਿੱਚ ਲੱਗ ਕੇ ਹੀ ਆਪਣਾ ਮਨੁੱਖਾ ਜਨਮ ਵਿਅਰਥ ਗਵਾਉਣਾ ਕੀਤਾ ਹੈ। ਗੁਰਮੁਖ ਲਾਦਾ। ਇਸ ਜੀਵ ਨੇ ਗੁਰਾਂ ਦੁਆਰਾ ਗੁਰਮੁਖ ਬਣ ਕੇ ਹੀ ਪਰਮੇਸ਼ਰ ਨੂੰ ਲੱਭਿਆ ਜਾਂ ਆਪਣੇ ਮਨੁੱਖਾ ਜਨਮ ਨੂੰ ਸਫਲਾ ਕੀਤਾ ਹੈ। ਸਤਿਗੁਰ ਮਿਲੈ। ਸੋ ਜੇ ਸਤਿਗੁਰੂ ਜੀ ਮਿਲਣ ਅੰਧੇਰਾ ਜਾਏ। ਤਾਂ ਹੀ ਅਗਿਆਨ ਦਾ ਅੰਧੇਰਾ ਅੰਦਰੋਂ ਦੂਰ ਹੋ ਜਾਂਦਾ, ਚਲਿਆ ਜਾਂਦਾ ਤੇ ਸਤਿਗੁਰੂ ਪੂਰੇ ਗੁਰੂ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਵੀ ਹਨ। ਨਾਨਕ ਹਉਮੈ ਮਿਟ ਸਮਾਈ। ਫਿਰ ਮਹਾਰਾਜ ਕਹਿੰਦੇ ਨੇ ਹੰਤਾ ਨੂੰ ਮਿਟਾ ਕੇ ਨਿਮਰਤ ਕਰਕੇ ਪਰਮੇਸ਼ਰ ਵਿੱਚ ਸਮਾਈ ਹੋ ਜਾਂਦੀ ਹੈ। ਜੇ ਸਤਿਗੁਰੂ ਹੀ ਨਹੀਂ ਮਿਲਿਆ ਤਾਂ ਫਿਰ ਹਉਮੈ ਕਿੱਥੋਂ ਜਾਏਗੀ, ਹਨੇਰਾ ਕਿਵੇਂ ਜਾਏਗਾ। ਸਤਿਗੁਰੂ ਦੇ ਮਿਲਣ ਦੇ ਨਾਲ ਹੀ ਹਉਮੈ ਮਿਟਦੀ ਹੈ। ਸਤਿਗੁਰੂ ਦੇ ਮਿਲਣ ਨਾਲ ਹੀ ਅਗਿਆਨ ਦਾ ਹਨੇਰਾ ਜਿਹੜਾ ਹੈ ਉਹ ਖਤਮ ਹੁੰਦਾ ਹੈ ਤੇ ਪਰਮੇਸ਼ਰ ਦੇ ਵਿੱਚ ਸਮਾਈ ਵੀ ਸਤਿਗੁਰੂ ਨੂੰ ਮਿਲਣ ਦੇ ਨਾਲ ਹੀ ਹੁੰਦੀ ਹੈ। ਮਨ ਵੀ ਪਵਿੱਤਰ, ਮਨ ਦਾ ਨਿਰਮਲ ਨਹੀਂ। ਦਸਵੇਂ ਦੁਆਰ ਵਿੱਚ ਪਹੁੰਚ ਕੇ ਵੀ ਨਿਰਮਲ ਨਹੀਂ ਹੁੰਦਾ, ਉਹ ਸਤਿਗੁਰੂ ਨੂੰ ਮਿਲ ਕੇ ਹੀ ਹੁੰਦਾ ਹੈ। ਜਾਂ ਹੰਗਤਾ ਨੂੰ ਨਿਵਰਤ ਕਰਕੇ ਸਮਤਾ ਨੂੰ ਧਾਰਨ ਕਰੇ, ਫਿਰ ਪਰਮੇਸ਼ਰ ਵਿੱਚ ਸਮਾਏ, ਤਦ ਹੀ ਜੀਵ ਦਾ ਮਨ ਸ਼ੁੱਧ ਹੋ ਸਕਦਾ ਹੈ। ਨਾਨਕ ਹਉਮੈ ਮੇਟ ਸਮਾਈ। ਸਾਹਿਬ ਕਥਨ ਕਰਦੇ ਨੇ ਕਿ ਹਉਮੈ ਨੂੰ ਮੇਟ ਕੇ ਪਰਮੇਸ਼ਰ ਵਿੱਚ ਸਮਾਈ ਹੁੰਦੀ ਹੈ। ਹਉਮੈ
ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਹਿਰਦੇ ਦੇ ਵਿੱਚ ਕਹਿੰਦੇ ਪਰਮਾਤਮਾ ਵਸਦਾ ਹੈ, ਪਰ ਦਿਖਦਾ ਕਿਉਂ ਨਹੀਂ? ਕਿਉਂਕਿ ਹਉਮੈ ਹੈ। ਇੱਕ ਪਾਸੇ ਹਉਮੈ ਹੈ, ਇੱਕ ਪਾਸੇ ਪਰਮਾਤਮਾ ਹੈ। ਜਿੰਨਾ ਚਿਰ ਹਉਮੈ ਦਾ ਪਰਦਾ ਦੂਰ ਨਹੀਂ ਹੁੰਦਾ, ਉਹਨਾਂ ਚਿਰ ਵਾਹਿਗੁਰੂ ਦੇ ਦਰਸ਼ਨ ਨਹੀਂ ਹੁੰਦੇ। ਸੋ ਵਿੱਚ ਪਰਦਾ ਦੂਰ ਪਈ ਆਸ, ਇਹ ਹਉਮੈ ਹੰਗਦੇ ਦਾ ਪਰਦਾ ਹੀ ਵਿੱਚ ਪਿਆ ਕਰਕੇ ਜੀਵ ਆਤਮਾ ਨੂੰ ਪਰਮਾਤਮਾ ਦੇ ਨਾਲੋਂ ਦੂਰ ਰੱਖਦਾ ਹੈ। ਕਿ ਕੂੜਾ ਟੁੱਟੇ ਪਾਲ ਜਾਂ ਕੂੜ ਦੀ ਕੰਧ ਕਹਿ ਲਓ। ਸੋ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਟੁੱਟਦੀ ਹੈ। ਫਿਰ ਇੱਕ ਸਿੱਧ ਨੇ ਮਨ ਦੇ ਸੰਕਲਪ ਦੁਆਰਾ ਗੁਪਤ ਰੂਪ ਦੇ ਵਿੱਚ ਕੁਝ ਪ੍ਰਸ਼ਨ ਕੀਤੇ ਕਿ ਇਸ ਮਨ ਨੂੰ ਕਿਵੇਂ ਬੰਨ੍ਹਣਾ ਕਰੀਏ। ਤਾਂ ਗੁਰੂ ਸਾਹਿਬ ਜੀ ਉਹਦੇ ਗੁਪਤ ਪ੍ਰਸ਼ਨ ਦਾ ਉੱਤਰ ਬਖਸ਼ਦੇ ਹਨ। ਸੁਨ ਨਿਰੰਤਰ ਦੀਜੈ ਬੰਦ। ਸੁਨ ਦਾ ਭਾਵ ਹੈ ਅਫੁਰ। ਅਫੁਰ ਸਰੂਪ ਕੌਣ ਹੈ? ਬ੍ਰਹਮ। ਇਸ ਮਨ ਨੂੰ ਅਫੁਰ ਸਰੂਪ ਬ੍ਰਹਮ ਦੇ ਵਿੱਚ ਅੰਤਰੇ ਤੋਂ ਰਹਿਤ ਹੋ ਕੇ ਤੇ ਦਵੈਤ ਵੱਲੋਂ ਹਟਾ ਕੇ ਬੰਨ੍ਹ ਦੇਣਾ ਕਰੀਏ। ਭਾਵ ਸੰਸਾਰ ਵੱਲੋਂ ਰੋਕ ਕੇ ਬ੍ਰਹਮ ਦੇ ਵਿੱਚ ਸਥਿਤ ਕਰੇ। ਡੈ ਨਾ ਹੰਸਾ ਪੜੈ ਨਾ ਕੰਧ। ਐਸਾ ਕਰਨਾ ਕਰਕੇ ਜੀਵਾਤਮਾ ਮਨ ਪ੍ਰਾਣਾ ਰੂਪੀ ਘੋੜੇ 'ਤੇ ਚੜ੍ਹ ਕੇ ਪਰਲੋਕ ਨੂੰ ਉੜਦਾ ਨਹੀਂ ਹੈ ਅਤੇ ਨਾ ਹੀ ਹੋਰ ਦੇਹਾਂ ਰੂਪ ਕੰਧਾਂ ਦੇ ਵਿੱਚ ਪੈਂਦਾ। ਭਾਵ ਜੜ ਹੋ ਕੇ ਜੰਮਣ ਮਨ 'ਚ ਨਹੀਂ ਪੈਂਦਾ, ਮੁਕਤ ਰੂਪ ਹੋ ਜਾਂਦਾ ਹੈ। ਡੈ ਨਾ ਹੰਸਾ ਪੜੈ ਨਾ ਕੰਧ। ਇਸੇ ਪ੍ਰਕਾਰ ਜਦ ਸੁਣ ਭਾਵ ਦਸਵੇਂ ਦੁਆਰ ਵਿੱਚ ਇੱਕ ਰਸ ਸਵਾਸਾਂ ਨੂੰ ਰੋਕ ਦੇਣਾ ਕਰੀਏ ਤਦ ਹੰਸਾ ਜੀਵ ਉੱਡਦਾ ਨਹੀਂ ਅਤੇ ਨਾ ਹੀ ਸਰੀਰ ਰੂਪੀ ਕੰਧ ਵਿੱਚ ਪੜਦਾ ਗਿਰਦਾ ਹੈ। ਭਾਵ ਨਾਸ਼ ਨਹੀਂ ਹੁੰਦਾ, ਸਦਾ ਚਿਰੰਜੀਵੀ ਹੋ ਜਾਂਦਾ ਹੈ। ਸਹਿਜ ਗੁਫਾ ਘਰ ਜਾਣੈ ਸਾਚਾ। ਸੋ ਕਿਹੜੀ ਗੁਫਾ ਵਿੱਚ ਰਹਿਣਾ ਕਰੇ ਤੇ ਪਰਮੇਸ਼ਰ ਨੂੰ ਕਿਵੇਂ ਜਾਣਨਾ ਕਰੇ? ਤਾਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸ਼ਾਂਤੀ ਰੂਪ ਗੁਫਾ ਅੰਦਰਾਂ ਦੇ ਵਿੱਚ ਰਹਿਣਾ ਕਰੇ ਤੇ ਸਤਸੰਗਤ ਰੂਪ ਘਰ ਦੁਆਰਾ ਸੱਚ ਨੂੰ ਜਾਣਨਾ ਕਰੇ। ਇਸੇ ਪ੍ਰਕਾਰ ਸਹਿਜ ਗੁਫਾ ਘਰ ਜਾਣੈ ਸਾਚਾ। ਸਹਿਜ ਸਰੂਪ ਰੂਪੀ ਗੁਫਾ 'ਚ ਰਹਿਣਾ ਕਰੇ ਤੇ ਹਿਰਦੇ ਰੂਪੀ ਘਰ ਵਿੱਚ ਸੱਚੇ ਸਾਖੀ ਰੂਪ ਚੇਤਨ ਬ੍ਰਹਮ ਨੂੰ ਜਾਣਨਾ ਕਰੇ। ਫਿਰ ਸਵਾਲ ਹੋਇਆ, ਸੱਚੇ ਪਰਮੇਸ਼ਰ ਨੂੰ ਕੌਣ ਪਾਉਂਦਾ ਹੈ? ਤਾਂ ਗੁਰੂ ਸਾਹਿਬ ਉੱਤਰ ਬਖਸ਼ਦੇ ਨੇ, ਨਾਨਕ ਸਾਚੇ ਭਾਵੈ ਸਾਚਾ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਸੱਚਾ ਨਾਮ ਜਪਣ ਵਾਲਾ ਪੁਰਖ ਹੀ ਸੱਚੇ ਪਰਮੇਸ਼ਰ ਨੂੰ ਪਾਉਂਦਾ ਹੈ। ਇਸੇ ਪ੍ਰਕਾਰ ਨਾਨਕ ਸਾਚੇ ਭਾਵੈ ਸਾਚਾ। ਜਿਹੜਾ ਪੁਰਖ ਸੱਚੇ ਪ੍ਰਭੂ ਉੱਪਰ ਭਾਵਨਾ ਕਰਦਾ ਉਹ ਸੱਚ ਰੂਪ ਦਾ ਹੀ ਰੂਪ ਹੋ ਜਾਂਦਾ ਹੈ। ਫਿਰ ਗੁਰਾਂ ਨੂੰ ਸਿੱਧਾਂ ਨੇ ਹੋਰ ਪ੍ਰਸ਼ਨ ਕੀਤੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ। ਤੁਸੀਂ ਕਾਹਦੇ ਵਾਸਤੇ ਘਰ ਨੂੰ ਛੱਡ ਕੇ, ਸਿੱਧ ਕਹਿਣ ਲੱਗੇ ਵੀ ਘਰ ਨੂੰ ਛੱਡ ਕੇ ਕਾਹਦੇ ਲਈ ਉਦਾਸੀਨ ਉਪਰਾਮ ਅਵਸਥਾ ਵਿੱਚ ਇਤਨੀ ਦੂਰ ਸਮੇਰ ਪਰਬਤ 'ਤੇ ਚੱਲ ਕੇ ਆਏ ਹੋ? ਭਾਵ ਤੁਸੀਂ ਘਰ ਬਾਰ ਕਿਉਂ ਛੱਡਿਆ ਜਦ ਕਿ ਸਾਨੂੰ ਚਰਚਾ ਵਿੱਚ ਹੀ ਦ੍ਰਿੜ ਕਰਾ ਰਹੇ ਹੋ ਕਿ ਗ੍ਰਸਤ ਦੇ ਵਿੱਚ ਹੀ ਨਾਮ ਜਪ ਕੇ ਕਲਿਆਣ ਹੋ ਜਾਂਦੀ ਹੈ। ਤੇ ਇਹ ਪਹਿਲਾ ਸਵਾਲ। ਫਿਰ ਦੂਜਾ ਸਵਾਲ ਕੀਤਾ, ਕਿਸ ਕਾਰਨ ਇਹੋ ਭੇਖ ਨਿਵਾਸੀ। ਕਾਹਦੇ ਵਾਸਤੇ ਤੁਸੀਂ ਗੁਰਮੁਖਾਂ ਵਾਲੇ ਲਿਬਾਸ ਦੇ ਵਾਸੀ ਹੋਏ ਹੋ? ਇਹ ਦੂਜਾ ਸਵਾਲ। ਹੁਣ ਤੀਜਾ ਸਵਾਲ ਕਰਦੇ ਨੇ, ਕਿਸ ਵਖਰ ਕੇ ਤੁਮ ਵਣਜਾਰੇ। ਕਿਸ ਲਾਭਦਾਇਕ ਸੌਦੇ ਦੇ ਤੁਸੀਂ ਵਪਾਰੀ ਬਣ ਕੇ ਆਏ ਹੋ? ਜਦ ਤੁਸੀਂ ਸਾਡੇ ਗੁਰੂ ਗੋਰਖਨਾਥ ਨੂੰ ਗੁਰੂ ਨਹੀਂ ਧਾਰਨਾ ਤਾਂ ਫਿਰ ਕਾਹਦੇ ਲਈ ਸਮੇਰ ਪਰਬਤ 'ਤੇ ਆਏ ਹੋ?
ਕਿਉ ਕਰ ਸਾਥ ਲੰਘਾਵੋ ਪਾਰੇ। ਚੌਥਾ ਸਵਾਲ ਕੀਤਾ ਕਿ ਤੁਸੀਂ ਕਿਵੇਂ ਕਰਕੇ ਆਪਣੇ ਸੰਗੀਆਂ ਸਾਥੀਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣਾ ਕਰੋਗੇ। ਮਤਲਬ ਜੇ ਜੋਗੀ ਨਹੀਂ ਬਣੋਗੇ ਤਾਂ ਫਿਰ ਆਪਦੇ ਸੰਗੀਆਂ ਸਾਥੀਆਂ ਨੂੰ ਕਿਵੇਂ ਪਾਰ ਲੰਘਾਵੋਗੇ। ਤਾਂ ਗੁਰੂ ਸਾਹਿਬ ਅਗਲੀ ਪੌੜੀ ਵਿੱਚ ਇਹਨਾਂ ਪ੍ਰਸ਼ਨਾਂ ਦਾ ਉੱਤਰ ਦਿੰਦੇ ਹਨ। ਗੁਰਮੁਖ ਖੋਜਤ ਭਏ ਉਦਾਸੀ। ਪਹਿਲਾ ਸਵਾਲ ਸੀਗਾ ਕਿ ਤੁਸੀਂ ਉਦਾਸੀ ਕਿਉਂ ਬਣੇ ਹੋ, ਕਿਸ ਕਾਰਨ ਗਿਰਿਓ ਤਜੀ ਉਦਾਸੀ, ਘਰ ਛੱਡ ਕੇ ਉਦਾਸੀ ਕਿਉਂ ਬਣੇ ਹੋ। ਤਾਂ ਮਹਾਰਾਜ ਕਹਿੰਦੇ ਕਿ ਮੁਖੀ ਚੇਤਨ ਬ੍ਰਹਮ ਨੂੰ ਲੱਭਣ ਵਾਸਤੇ ਸੰਸਾਰ ਵੱਲੋਂ ਉਦਾਸੀਨ ਅਵਸਥਾ ਵਿੱਚ ਹੋਏ ਹਾਂ, ਜਾਂ ਚੇਤਨ ਬ੍ਰਹਮ ਨੂੰ ਖੋਜਦਿਆਂ ਸਾਡਾ ਚਿੱਤ ਸੰਸਾਰ ਵੱਲੋਂ ਉਪਰਾਮ ਹੋ ਗਿਆ ਹੈ। ਦਰਸ਼ਨ ਕੈ ਤਾਈ ਭੇਖ ਨਿਵਾਸੀ। ਫਿਰ ਦੂਜਾ ਸਵਾਲ ਸੀਗਾ ਕਿਸ ਕਾਰਨ ਉਹ ਭੇਖ ਨਿਵਾਸੀ। ਤਾਂ ਮਹਾਰਾਜ ਕਹਿੰਦੇ ਕਿ ਮੁਖੀ ਚੇਤਨ ਬ੍ਰਹਮ ਨੂੰ ਅਸੀਂ ਲੱਭਣ ਵਾਸਤੇ, ਵਾਹਿਗੁਰੂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਗੁਰਮੁਖਤਾਈ ਵਾਲੇ ਲਿਬਾਸ ਦੇ ਵਾਸੀ ਹੋਏ ਆ, ਜਾਂ ਵਾਸ਼ਨਾ ਤੋਂ ਰਹਿਤ ਹੋ ਕੇ ਗੁਰਮੁਖਤਾਈ ਵਾਲੇ ਲਿਬਾਸ ਨੂੰ ਧਾਰਨ ਕੀਤਾ ਹੈ। ਸਾਚ ਵਖਰ ਕੇ ਹਮ ਵਣਜਾਰੇ। ਤੀਜਾ ਸਵਾਲ ਸੀਗਾ ਕਿਸ ਵਖਰ ਕੇ ਤੁਮ ਵਣਜਾਰੇ। ਮਹਾਰਾਜ ਕਹਿੰਦੇ ਸਾਚ ਵਖਰ ਕੇ ਹਮ ਵਣਜਾਰੇ। ਸੱਚ ਨਾਮ ਰੂਪੀ ਲਾਭਦਾਇਕ ਸੌਦੇ ਦੇ ਅਸੀਂ ਵਣਜਾਰੇ ਵਪਾਰੀ ਹਾਂ। ਕਿ ਨਹੀਂ ਬਣਜਿਆ ਕਾਂਸੀ ਤੰਬ, ਕਿ ਨਹੀਂ ਲੌਂਗ ਸੁਪਾਰੀ। ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਿਆਪਾਰੀ। ਹੀਰਾ ਹਾਥ ਚੜਿਆ ਨਿਰਮੋਲਕ, ਛੋੜ ਗਈ ਸੰਸਾਰੀ। ਨਾਨਕ ਗੁਰਮੁਖ ਉਤਰਸ ਬਾਦੇ। ਚੌਥਾ ਸਵਾਲ ਸੀਗਾ ਕਿਉਂ ਕਰ ਸਾਥ ਲੰਘਾਵੋ ਪਾਰੇ। ਵੀ ਤੁਸੀਂ ਆਪ ਹੀ ਜੋਗੀ ਨਹੀਂ ਬਣੇ ਤੇ ਸਾਥੀਆਂ ਨੂੰ ਕਿਵੇਂ ਪਾਰ ਲੰਘਾਓਗੇ। ਸਤਿਗੁਰੂ ਜੀ ਕਥਨ ਕਰਦੇ ਨੇ ਨਾਨਕ ਗੁਰਮੁਖ ਉਤਰਸ ਪਾਰੇ, ਕਿ ਅਸੀਂ ਮੁਖੀ ਚੇਤਨ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲੀ ਨਾਮ ਰੂਪ ਬਾਣੀ ਦੁਆਰਾ ਆਪਣੇ ਸੰਗੀਆਂ ਸਾਥੀਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਉਤਾਰਾਂਗੇ। ਰਾਮ ਜਪੋ ਜੀ ਐਸੇ ਐਸੇ, ਤਰੂ ਪ੍ਰਹਿਲਾਦ ਜਪਿਓ ਹਰ ਜੈਸੇ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਸਭ ਗੁਰਸਿੱਖੀ ਰੂਪ ਪਰਿਵਾਰ ਅਸੀਂ ਨਾਮ ਦੇ ਬੇੜੇ 'ਤੇ ਚੜ੍ਹਾ ਕੇ ਪਾਰ ਲੰਘਾ ਦਿਆਂਗੇ। ਇਸੇ ਪ੍ਰਕਾਰ ਨਾਨਕ ਗੁਰਮੁਖ ਉਤਰਸ ਪਾਦੇ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਗੁਰਾਂ ਦੁਆਰਾ ਆਪ ਸੰਸਾਰ ਸਮੁੰਦਰ ਤੋਂ ਪਾਰ ਉਤਰਾਂਗੇ ਅਤੇ ਹੋਰਨਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਕੇ ਪਾਰ ਲੰਘਾਵਾਂਗੇ। ਫਿਰ ਗੁਰੂ ਜੀ ਨੂੰ ਸਿੱਧਾਂ ਨੇ ਪੁਰਖ ਸ਼ਬਦ ਦੁਆਰਾ ਸੰਬੋਧਨ ਕਰਦਿਆਂ ਹੋਰ ਪ੍ਰਸ਼ਨ ਕੀਤੇ। ਇਤ ਬਿਦ ਪੁਰਖਾ ਜਨਮ ਵਟਾਇਆ। ਪਹਿਲਾ ਸਵਾਲ, ਇਹ ਪੁਰਖਾ ਕਿਸ ਤਰੀਕੇ ਨਾਲ ਤੂੰ ਆਪਣੇ ਜਨਮ ਨੂੰ ਵਟਾ ਲਿਆ ਜਾਂ ਪਲਟਾ ਲਿਆ ਜਾਂ ਜੰਮਣ ਮਰਨ ਵੱਲੋਂ ਵਟਾ ਲਿਆ ਹੈ। ਕਾਹੀ ਕੋ ਤੁਝੇ ਹੋ ਮਨ ਲਾਇਆ। ਇਹ ਦੂਜਾ ਸਵਾਲ, ਕਿ ਸਾਧਨ ਦੇ ਨਾਲ ਤੁਸੀਂ ਆਪਣਾ ਇਹ ਮਨ, ਇਹ ਚਿੱਤ ਪਰਮੇਸ਼ਰ ਦੇ ਨਾਮ ਜਪਣ ਵਿੱਚ ਲਾਇਆ ਹੈ। ਕਿਤ ਬਿਦ ਆਸਾ ਮਨਸਾ ਖਾਈ। ਸੋ ਇਹ ਤੀਸਰਾ ਸਵਾਲ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਆਸਾ ਤੇ ਮਨਸਾ ਖਾਈ ਪਾਵਨ ਨਿਵਰਤ ਕੀਤੀ ਹੈ। ਜਾਂ ਇਸੇ ਪ੍ਰਕਾਰ ਕਿਤ ਬਿਦ ਆਸਾ ਮਨਸਾ ਖਾਈ। ਕਿਸ ਤਰੀਕੇ ਨਾਲ ਦੁਨੀਆ ਦੀ ਆਸਾ ਤੇ ਬੁੱਧੀ ਦੀ ਵਾਸ਼ਨਾ ਖਾ ਲਈ, ਮੇਟ ਲਈ ਹੈ। ਕਿਤ ਬਿਦ ਜੋਤ ਨਿਰੰਤਰ ਪਾਈ। ਚੌਥਾ ਸਵਾਲ, ਕਿਸ ਤਰੀਕੇ ਨਾਲ ਤੁਸੀਂ ਇੱਕ ਰਸ ਪ੍ਰਭੂ ਨਾਮ ਦੇ ਵਿੱਚ ਲਿਵ ਲਗਾਉਣ ਦੀ ਗਿਆਤ ਪਾਈ ਹੈ। ਜਾਂ ਕਿਸ ਤਰੀਕੇ ਨਾਲ ਇੱਕ ਰਸ ਜੋਤ ਨੂੰ ਬਾਹੁਣਾ ਕੀਤਾ, ਭਾਵ ਸਾਰਿਆਂ 'ਚ ਇੱਕੋ ਜੋਤੀ ਸਰੂਪ ਦੀ ਜੋਤ ਨੂੰ ਕਿਵੇਂ ਜਾਣਨਾ ਕੀਤਾ ਹੈ। ਬਿਨ ਦਮਤਾ ਕਿਉ ਖਾਈਐ ਸਾਰ। ਪੰਜਵਾਂ ਸਵਾਲ, ਕਠਿਨ ਸਾਧਨ ਰੂਪ ਦੰਦਾਂ ਤੋਂ ਬਿਨਾਂ
ਕਿਸ ਪ੍ਰਕਾਰ ਸੰਸਾਰ ਰੂਪ ਲੋਹੇ ਨੂੰ ਮਿਥਿਆ ਨਿਸ਼ਚੈ ਕਰਨੋਂ ਵਖਾਣਾ ਕਰੀਦਾ, ਕਿਵੇਂ ਚੱਬਣਾ ਕਰੀਦਾ ਹੈ। ਨਾਨਕ ਸਾਚਾ ਕਰਹੁ ਵਿਚਾਰ। ਛੇਵਾਂ ਸਵਾਲ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਫਿਰ ਸਿੱਧ ਬੋਲੇ ਕਿ ਹੇ ਪੁਰਖ, ਸਾਨੂੰ ਸੱਚਾ ਨਿਰਣਾ ਦੱਸਣਾ ਕਰੋ, ਭਾਵ ਯਥਾਰਥ ਉੱਤਰ ਦੇਣਾ ਕਰੋ। ਜਾਂ ਇਸੇ ਪ੍ਰਕਾਰ ਨਾਨਕ ਸਾਚਾ ਕਰਹੁ ਵਿਚਾਰ। ਸਹਿ ਫਰਮਾਉਂਦੇ ਸਾਨੂੰ ਸੱਚਾ ਵਿਚਾਰ ਸੁਣਾਉਣਾ ਕਰੋ, ਜਿਸ ਨਾਲ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ। ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਮਹਾਰਾਜ ਇਸ ਪੌੜੀ ਦੇ ਵਿੱਚ ਇਹਨਾਂ ਦੇ ਪਹਿਲੇ ਸਵਾਲ ਜਿਹੜੇ ਕੀਤੇ ਸਨ ਉਹਨਾਂ ਦਾ ਉੱਤਰ ਬਖਸ਼ਦੇ ਹਨ। ਪਹਿਲਾ ਸਵਾਲ ਸੀਗਾ ਕਿ ਤਿਬੇਤ ਪੁਰਖ ਜਨਮ ਮਿਟਾਇਆ, ਤੇ ਮਹਾਰਾਜ ਕਹਿੰਦੇ ਸਤਿਗੁਰ ਕੈ ਜਨਮੇ ਗਮਨ ਮਿਟਾਇਆ। ਜਦ ਸਤਿਗੁਰੂ ਅਕਾਲ ਪੁਰਖ ਦੇ ਘਰ ਜਨਮ ਧਾਰਿਆ, ਭਾਵ ਮਈ ਨਦੀ ਦੁਆਰਾ ਸੱਚਖੰਡ ਵਿੱਚ ਗਏ, ਜਾ ਕੇ ਜੋ ਮਹਾਮੰਤਰ ਲਿਆਂਦਾ ਇਹੀ ਅਸੀਂ ਗੁਰੂ ਦੇ ਘਰ ਵਿੱਚ ਜਨਮ ਧਾਰਿਆ। ਜਾਂ ਸਤਿਗੁਰੂ ਅਕਾਲ ਪੁਰਖ ਦੇ ਸਰੂਪ ਦੀ ਸਖਿਆਤਤਾ ਕਰਨ ਰੂਪ ਜਾਂ ਪਰੋਖ ਗਿਆਨ ਦੀ ਪ੍ਰਾਪਤੀ ਕਰਨ ਰੂਪ ਜਨਮ ਧਾਰਿਆ। ਇਸ ਕਰਕੇ ਗਮਨ ਮਿਟਾਇਆ, 84 ਲੱਖ ਜੂਨਾਂ ਦਾ ਆਵਾਗਮਨ ਮਿਟਾ ਲਿਆ ਹੈ। ਇਸੇ ਪ੍ਰਕਾਰ ਸਤਿਗੁਰ ਕਾ ਜਨਮੇ ਗਵਨ ਮਿਟਾਇਆ। ਜਦ ਸਤਿਗੁਰੂ ਅਕਾਲ ਪੁਰਖ ਦੇ ਨੇੜੇ ਆਏ ਤਦ ਜੰਮਣਾ ਦੇ ਮਰਨਾ ਮਿਟਾ ਲਿਆ। ਜਾਂ ਜਦ ਸਤਿਗੁਰਾਂ ਦੇ ਪਾਸ ਜਾਣਾ ਕੀਤਾ ਤਦ ਜਨਮ ਬਦਲਾ ਲਿਆ। ਇਹ ਮਹਾਰਾਜ ਨੇ ਪਹਿਲੇ ਸਵਾਲ ਦਾ ਉੱਤਰ ਦਿੱਤਾ। ਅਨਹਤ ਰਾਤੇ ਹੋ ਮਨ ਲਾਇਆ। ਦੂਜਾ ਸਵਾਲ ਸੀਗਾ ਕਾਹੇ ਕੋ ਤੁਝੇ ਉਹ ਮਨ ਲਾਇਆ। ਤਾਂ ਮਹਾਰਾਜ ਫਰਮਾਉਂਦੇ ਅਨਹਤ ਰਾਤੇ ਹੋ ਮਨ ਲਾਇਆ। ਨਾਸ਼ ਤੋਂ ਰਹਿਤ ਬ੍ਰਹਮ ਸ਼ਬਦ ਦੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਹੋਇਆ ਅਸਾਂ ਨੇ ਇਸ ਚਿੱਤ ਨੂੰ ਪ੍ਰਭੂ ਨਾਮ ਜਪਣ ਦੇ ਵਿੱਚ ਲਾ ਲਿਆ ਹੈ। ਮਨਸਾ ਆਸਾ ਸ਼ਬਦ ਜਲਾਈ। ਤੀਜਾ ਸਵਾਲ ਸੀਗਾ ਕਿਤ ਬਿਧ ਆਸਾ ਮਨਸਾ ਖਾਈ। ਤਾਂ ਮਹਾਰਾਜ ਉੱਤਰ ਬਖਸ਼ਦੇ ਮਨਸਾ ਆਸਾ ਸ਼ਬਦ ਜਲਾਈ। ਦੁਨੀਆ ਦੀ ਆਸਾ ਤੇ ਬੁੱਧੀ ਦੀ ਵਾਸ਼ਨਾ ਗੁਰੂ ਉਪਦੇਸ਼ ਦੁਆਰਾ ਸ਼ਬਦ ਦੀ ਕਮਾਈ ਕਰਕੇ ਨਾਮ ਅਭਿਆਸ ਰੂਪ ਅਗਨੀ ਦੇ ਨਾਲ ਜਲਾਉਣਾ ਕੀਤੀ, ਨਿਵਰਤ ਕੀਤੀ ਹੈ। ਚੌਥਾ ਸਵਾਲ ਸੀਗਾ ਕਿਤ ਬਿਧ ਜੋਤ ਨਿਰੰਤਰ ਪਾਈ। ਤਾਂ ਮਹਾਰਾਜ ਉੱਤਰ ਬਖਸ਼ਦੇ ਗੁਰਮੁਖ ਜੋਤ ਨਿਰੰਤਰ ਪਾਈ। ਕਿ ਮੁਖੀ ਗੁਰਾਂ ਦੁਆਰਾ ਹੀ ਇੱਕ ਰਸ ਅੰਤਰੇ ਤੂੰ ਰਹਿਤ ਜੋਤ ਪਾਉਣਾ ਕੀਤੀ, ਭਾਵ ਸਾਰਿਆਂ ਵਿੱਚ ਇੱਕ ਪਰਮੇਸ਼ਰ ਦੀ ਜੋਤ ਹੀ ਵਿਆਪਕ ਜਾਣਨਾ ਕੀਤੀ ਹੈ। ਇਸੇ ਪ੍ਰਕਾਰ ਗੁਰਮੁਖ ਜੋਤ ਨਿਰੰਤਰ ਪਾਈ। ਮੁਖੀ ਗੁਰਾਂ ਦੁਆਰਾ ਹੀ ਨਾਮ ਦੇ ਵਿੱਚ ਲਿਵ ਲਗਾਉਣ ਲਈ ਗਿਆਤ ਪਾਉਣਾ ਕੀਤੀ ਹੈ। ਪੰਜਵਾਂ ਸਵਾਲ ਸੀਗਾ ਬਿਨ ਦੰਤਾ ਕਿਉਂ ਖਾਈਏ ਸਾਰ। ਦੰਦਾਂ ਤੋਂ ਬਗੈਰ ਲੋਹਾ ਕਿਵੇਂ ਖਾਈਏ। ਤਾਂ ਪਾਤਸ਼ਾਹ ਫਰਮਾਉਂਦੇ ਨੇ ਤ੍ਰੈ ਗੁਣ ਮੇਟੇ ਖਾਈਐ ਸਾਰ। ਤਿੰਨਾਂ ਗੁਣਾਂ ਨੂੰ ਮੇਟਣੇ ਨਿਵਰਤ ਕਰਨੇ ਕਰਕੇ ਹੀ ਸੰਸਾਰ ਰੂਪ ਲੋਹਾ ਮਿਥਿਆ ਨਿਸ਼ਚੈ ਕਰਨ ਰੂਪ ਖਾਣਾ ਕਰੀਦਾ ਹੈ। ਇਸੇ ਪ੍ਰਕਾਰ ਤ੍ਰੈ ਗੁਣ ਮੇਟੇ ਖਾਈਐ ਸਾਰ। ਮਾਇਆ ਰੂਪ ਸਭਨੀ ਦੇ ਵਿਸ਼ੇ ਰੂਪ ਦੰਦ ਨੇ। ਇਸ ਕਰਕੇ ਵਿਸ਼ੇ ਰੂਪ ਦੰਦਾਂ ਤੋਂ ਬਗੈਰ ਹੋ ਕੇ ਤਿੰਨਾਂ ਗੁਣਾਂ ਨੂੰ ਮੇਟ ਕੇ ਹੀ ਸੰਸਾਰ ਰੂਪੀ ਲੋਹਾ ਅਭਾਵ ਕਰਨ ਰੂਪ ਖਾਣਾ ਕਰੀਏ। ਛੇਵਾਂ ਸਵਾਲ ਸੀਗਾ ਕਿ ਨਾਨਕ ਸਾਚਾ ਕਰੋ ਵਿਚਾਰ। ਪਾਤਸ਼ਾਹ ਇਹਦਾ ਉੱਤਰ ਦਿੰਦੇ ਨੇ ਨਾਨਕ ਤਾਰੇ ਤਾਰਨਹਾਰ। ਸਤਿਗੁਰੂ ਜੀ ਕਥਨ ਕਰਦੇ ਕਿ ਹੇ ਸਿੱਧੋ ਇਉਂ ਹੀ ਮੁਕਤੀ ਰੂਪ ਕਿਨਾਰੇ ਤੇ ਪਾਰ ਲੰਘਾਉਣ ਵਾਲਾ ਪਰਮੇਸ਼ਰ ਸੰਸਾਰ ਸਮੁੰਦਰ ਤੋਂ ਤਾਰ ਲਵੇਗਾ। ਇਹੀ ਸੱਚਾ ਵਿਚਾਰ ਹੈ। ਫਿਰ ਇੱਕ ਹੋਰ ਸਿੱਧ ਆ ਗਿਆ। ਉਹਨੇ ਆ ਕੇ
ਆਉਂਦੇ ਆ ਸਾਰੀ 8 ਪ੍ਰਸ਼ਨ ਕੱਢ ਮਾਰੇ। ਕਹਿੰਦਾ ਜੀ ਇਹਨਾਂ ਦਾ ਉੱਤਰ ਦਿਓ। ਆਦ ਕਉ ਕਵਨ ਵਿਚਾਰ ਕਥੀਆਲੇ। ਸੰਸਾਰ ਦੇ ਮੁੱਢ ਦੇ ਵਿੱਚ ਕਿਸ ਦਾ ਵਿਚਾਰ ਕਥਨ ਕਰੀਦਾ ਸੀ, ਜਾਂ ਕਿਹੜੇ ਵਿਚਾਰ ਨਾਲ ਜਗਤ ਦੇ ਮੁੱਢ ਨੂੰ ਰਚਿਆ ਸੀ, ਕਿਰਪਾ ਕਰਕੇ ਇਹ ਕਥਨ ਕਰੋ। ਸੁਮ ਕਹਾ ਘਰ ਵਾਸੋ। ਦੂਜਾ ਸਵਾਲ, ਅਫੁਰ ਬ੍ਰਹਮ ਕਿਸ ਘਰ ਦੇ ਵਿੱਚ ਵਸਦਾ ਹੈ? ਗਿਆਨ ਕੀ ਮੁਦਰਾ ਕਵਨ ਕਥੀਆਲੇ। ਤੀਜਾ ਸਵਾਲ, ਗਿਆਨਵਾਨਾਂ ਦੀ ਨਿਸ਼ਾਨੀ ਜਾਂ ਗਿਆਨ ਦੀ ਨਿਸ਼ਾਨੀ ਕਿਹੜੀ ਕਥਨ ਕੀਤੀ ਜਾਂਦੀ ਹੈ, ਜਾਂ ਗਿਆਨ ਦੀਆਂ ਮੁਦਰਾ ਕਿਹੜੀਆਂ ਕਥਨ ਕਰਦੇ ਹੋ? ਘਾਟ ਘਾਟ ਕਵਨ ਨਿਵਾਸੋ। ਚੌਥਾ ਸਵਾਲ, ਘਟਾ ਘਟਾਂ ਵਿੱਚ ਕਿਸ ਦਾ ਵਾਸਾ ਹੈ? ਸਾਰੇ ਘਟਾ ਘਟਾਂ 'ਚ ਕੌਣ ਵਸਦਾ ਪਿਆ ਹੈ? ਕਾਲ ਕਾ ਠੀਗਾ ਕਿਉਂ ਜਲਾਈਆ ਲੈ। ਪੰਜਵਾਂ ਸਵਾਲ, ਕਾਲ ਦਾ ਸੋਟਾ ਕਿਵੇਂ ਸਾੜੀਦਾ, ਕਿਵੇਂ ਨਾਸ਼ ਕਰੀਦਾ ਹੈ? ਜਿਵੇਂ ਕਬੀਰ ਜਮ ਕਾ ਠੀਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਠੀਗਾ ਸੋਟੇ ਦਾ ਨਾਮ ਹੈ। ਕਿਉਂ ਨਿਰਭਉ ਘਰ ਜਾਈਐ। ਛੇਵਾਂ ਸਵਾਲ, ਡਰ ਤੋਂ ਰਹਿਤ ਘਰ ਵਿੱਚ ਕਿਵੇਂ ਜਾਈਏ, ਭਾਵ ਜਿੱਥੇ ਕਾਲ ਦਾ ਭੈ ਨਾ ਲੱਗੇ। ਸਹਿਜ ਸੰਤੋਖ ਕਾ ਆਸਣ ਜਾਣੈ। ਸਤਵਾਂ ਸਵਾਲ, ਸ਼ਾਂਤੀ ਤੇ ਸਬਰ ਸੰਤੋਖ ਆਦਿਕ ਸ਼ੁਭ ਗੁਣਾਂ ਦਾ ਆਸਣ ਲਾਉਣਾ ਕਿਵੇਂ ਜਾਣੀਏ, ਭਾਵ ਕਿਵੇਂ ਸਹਿਜ ਤੇ ਸੰਤੋਖ ਆਦਿ ਗੁਣਾਂ ਨੂੰ ਧਾਰਨ ਕਰੇ, ਜਾਂ ਸ਼ਾਂਤੀ ਤੇ ਸੰਤੋਖ ਆਦਿ ਗੁਣਾਂ ਵਿੱਚ ਕਿਵੇਂ ਅਸਤਿਤ ਹੋਣਾ ਜਾਣੇ। ਕਿਉਂ ਛੇਦੇ ਬੈਰਾਈਐ। ਅੱਠਵਾਂ ਸਵਾਲ, ਕਾਮ ਕ੍ਰੋਧ ਆਦਿਕ ਵੈਰੀਆਂ ਨੂੰ ਕਿਵੇਂ ਕੱਟਣਾ ਕਰੇ, ਕਿਵੇਂ ਮਾਰਨਾ ਕਰੇ। ਤਾਂ ਅਗਲੀਆਂ ਤੁਕਾਂ ਉਚਾਰਨ ਕਰਕੇ ਗੁਰਾਂ ਨੇ ਸਾਰੇ ਪ੍ਰਸ਼ਨਾਂ ਦਾ ਸਮੁੱਚਾ ਹੀ ਉੱਤਰ ਬਖਸ਼ ਦਿੱਤਾ। ਗੁਰ ਕੈ ਸ਼ਬਦ ਹਉਮੈ ਬਿਖ ਮਾਰੈ। ਇਹ ਸਿੱਧ ਪੁਰਸ਼ੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਹੀ ਦੇਹ ਦੀ ਹੰਗਤਾ ਤੇ ਵਿਸ਼ਿਆਂ ਦੀ ਵਾਸ਼ਨਾ ਨੂੰ ਮਾਰਨਾ ਕਰੇ, ਜਾਂ ਹਉਮੈ ਰੂਪੀ ਜ਼ਹਿਰ ਨੂੰ ਮਾਰੇ, ਤਾਂ ਹੀ ਤਾਂ ਨਿਜ ਘਰ ਹੋਵੈ ਵਾਸੋ। ਨਿਜ ਆਪਣੇ ਸਵੈ ਸਰੂਪ ਰੂਪੀ ਘਰ ਦੇ ਵਿੱਚ ਨਿਵਾਸ ਹੁੰਦਾ ਹੈ। ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ। ਜਿਸ ਪਰਮੇਸ਼ਰ ਨੇ ਪੰਜਾਂ ਤੱਤਾਂ ਨੂੰ ਰਚ ਕੇ ਸੰਸਾਰ ਨੂੰ ਰਚਿਆ, ਉਹਨੂੰ ਗੁਰਾਂ ਦੇ ਉਪਦੇਸ਼ ਦੁਆਰਾ ਪਹਿਚਾਨਣਾ ਕਰੋ। ਨਾਨਕ ਤਾ ਕਾ ਦਾਸੋ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਸ ਦਾ ਹੀ ਸੇਵਕ ਬਣਨਾ ਕਰੇ, ਤਾਂ ਹੀ ਉਹਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਸੇ ਪ੍ਰਕਾਰ ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ। ਜਿਸ ਪਰਮੇਸ਼ਰ ਨੇ ਸੰਸਾਰ ਦੀ ਰਚਨਾ ਨੂੰ ਰਚਿਆ, ਜੋ ਉਸ ਬ੍ਰਹਮ ਨੂੰ ਪਹਿਚਾਨਣ ਵਾਲਾ ਹੈ। ਨਾਨਕ ਤਾ ਕਾ ਦਾਸੋ। ਗੁਰੂ ਸਾਹਿਬ ਕਥਨ ਕਰਦੇ ਨੇ ਕਿ ਉਸ ਵਾਹਿਗੁਰੂ ਦਾ ਸੇਵਕ ਹੋ ਕੇ ਰਹਿਣਾ ਕਰੇ। ਸੇਵਕ ਸੇਵ ਕਰੇ ਸਭ ਤੇਰੀ, ਜਨ ਸ਼ਬਦ ਸਾਧ ਆਇਆ। ਗੁਰ ਕਿਰਪਾ ਦੇ ਨਿਰਮਲ ਹੋਆ ਤੇ ਇਉਂ ਮਹਾਰਾਜ ਕਹਿੰਦੇ ਨੇ, ਸੋ ਸਿੱਖ ਸਕਾ ਸੇਵਕ ਹੈ ਭਾਈ, ਜੇ ਗੁਰ ਕੇ ਪਾਣੀ ਵਿੱਚ ਆਵੇ। ਸੋ ਸਿੱਖ ਸਕਾ ਬੰਧਪ ਹੈ ਭਾਈ, ਜੇ ਗੁਰ ਕੇ ਪਾਣੀ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਪਿਛੜ ਝੋਟਾਂ ਖਾਵੇ। ਇਉਂ ਸੋ ਉਹ ਸੇਵਕ ਕਹੀਦਾ ਹੈ ਜਿਹਨੇ ਦਾਸਾ ਨਿਮਰਤਾ ਭਾਵ ਨੂੰ ਧਾਰਨ ਕੀਤਾ ਹੈ। ਇਉਂ ਸੇਵਕ ਬਣਨਾ ਕਰੇ। ਕਹਾ ਤੇ ਆਵੈ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ, ਗੁਰ ਕੈ ਸ਼ਬਦ ਹਉਮੈ ਬਿਖ ਮਾਰੈ, ਤਾਂ ਨਿਜ ਘਰ ਹੋਵੈ ਵਾਸੋ। ਸਵੈ ਸਰੂਪ ਰੂਪੀ ਘਰ ਦੇ ਵਿੱਚ ਨਿਵਾਸ ਕਿਵੇਂ ਹੁੰਦਾ? ਕਹਿੰਦੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਹਉਮੈ ਤੇ ਵਿਸ਼ੇ ਵਿਕਾਰਾਂ ਨੂੰ ਪਹਿਲਾਂ ਮਾਰੇ, ਤਾਂ ਜੀਵ ਦਾ ਸਵੈ ਸਰੂਪੀ ਘਰ ਦੇ ਵਿੱਚ ਵਾਸਾ ਹੁੰਦਾ ਹੈ। ਜਿਨ ਰਚ ਰਚਿਆ, ਜਿਸ ਪਰਮਾਤਮਾ ਨੇ ਪੰਜਾਂ ਤੱਤਾਂ ਨੂੰ ਰਚ ਕੇ ਸਾਰੇ ਸੰਸਾਰ ਦੀ ਰਚਨਾ ਨੂੰ ਰਚਿਆ,
ਨਾਨਕ ਤਾਕਾ ਦੱਸੋ। ਉਹਦੀ ਪ੍ਰਾਪਤੀ ਦਾ ਸਾਧਨ ਕਹਿੰਦੇ ਦੱਸੋ। ਕਹਿੰਦੇ ਤੇ ਸ਼ਬਦ ਪਛਾਣ ਹੈ। ਉਸ ਪਰਮਾਤਮਾ ਨੂੰ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਪਹਿਚਾਨਣਾ ਕਰੇ, ਇਹੀ ਉਹਦੀ ਪ੍ਰਾਪਤੀ ਦਾ ਅਸਲ ਸਾਧਨ ਹੈ। ਜਦ ਗੁਰਾਂ ਨੇ ਸਾਰੇ ਸਵਾਲਾਂ ਦਾ ਸਮੁੱਚਾ ਉੱਤਰ ਬਖਸ਼ਿਆ ਤਾਂ ਕਿਸੇ ਦਾ ਆ ਕੇ ਕਹਿਣ ਲੱਗਾ ਕਿ ਇਕੱਲੇ ਇਕੱਲੇ ਪ੍ਰਸ਼ਨ ਦਾ ਉੱਤਰ ਕਿਉਂ ਨਹੀਂ ਦਿੱਤਾ, ਤੁਸੀਂ ਇਕੱਲੇ ਇਕੱਲੇ ਪ੍ਰਸ਼ਨ ਦਾ ਉੱਤਰ ਦਿਓ। ਜਦ ਗੁਰੂ ਜੀ ਇਕੱਲੇ ਇਕੱਲੇ ਪ੍ਰਸ਼ਨ ਦਾ ਉੱਤਰ ਦੇਣ ਲੱਗੇ, ਇਹ 8 ਪ੍ਰਸ਼ਨਾਂ ਦਾ ਉੱਤਰ ਸਤਿਗੁਰੂ ਜੀ ਨੇ 23ਵੀਂ ਪੌੜੀ ਵਿੱਚ ਦੇਣਾ ਹੈ। ਇੰਨੇ ਨੂੰ ਇੱਕ ਹੋਰ ਬਹੁਤਾ ਕਾਲਾ ਸਿੱਧ ਆ ਗਿਆ ਤੇ ਕਹਿਣ ਲੱਗਾ ਵੀ ਪਹਿਲਾਂ ਮੇਰੇ ਸਵਾਲਾਂ ਦਾ ਉੱਤਰ ਦਿਓ। ਮਰ ਕਹਿੰਦੇ ਹਾਂ ਤੂੰ ਦੱਸ। ਉਹਨੇ 3 ਪ੍ਰਸ਼ਨ ਕੀਤੇ। ਕਿਹੜੇ 3 ਪ੍ਰਸ਼ਨ? ਕਹਾ ਤੇ ਆਵੈ ਇਹ ਜੀਵ ਕਿੱਥੋਂ ਤੋਂ ਆਉਂਦਾ ਹੈ? ਕਹਾ ਇਹੋ ਜਾਵੈ ਇਹ ਜੀਵ ਮਰ ਕੇ ਜਾਂਦਾ ਕਿੱਥੇ ਹੈ? ਕਹਾ ਇਹੋ ਰਹਿ ਸਮਾਈ ਕਿੱਥੇ ਜਾ ਕੇ ਜੀਵ ਲੀਨ ਹੋ ਕੇ ਸਮਾ ਕੇ ਰਹਿ ਸਕਦਾ ਹੈ? ਇਸ ਸ਼ਬਦ ਕਾ ਜੋ ਅਰਥ ਆਵੈ ਜਾਂ ਮਿੱਧ ਕਾਲ ਦੇ ਵਿੱਚ ਕਿੱਥੇ ਸਮਾਇਆ ਹੋਇਆ। ਇਸ ਉਪਦੇਸ਼ ਨੂੰ ਜਿਹੜਾ ਤਾਤਪਰਜ ਸਿਧਾਂਤ ਇਹਦਾ ਚਣਾ ਦੇਵੇਗਾ ਜਾਂ ਜਿਹੜਾ ਧਾਰਨ ਕਰ ਲਵੇਗਾ ਉਹਨੂੰ ਤਿਸ ਗੁਰ ਤਿਲ ਨਾ ਤਮਾਈ ਤਿਸ ਗੁਰੂ ਨੂੰ ਮੈਂ ਸਿੱਧ ਮੰਨਾਂਗਾ ਤੇ ਕਹਾਂਗਾ ਕਿ ਤਿਸ ਗੁਰੂ ਨੂੰ ਤਿਲ ਰੰਜਕ ਮਾਤਰ ਵੀ ਤਮਾ ਖਵਾਹਿਸ਼ ਤਮੋ ਗੁਣ ਨਹੀਂ ਹੈ। ਉਹ ਗੁਰੂ ਤਮਾਈ ਭਾਵ ਅਗਿਆਨ ਰੂਪ ਹਨੇਰੇ ਤੋਂ ਰਹਿਤ ਹੈ। ਇਹ ਸਿੱਧ ਨੂੰ ਗੁਰੂ ਜੀ ਤਰ ਦੇ ਨਹੀਂ ਲੱਗੇ ਸੀਗੇ। ਇੰਨੇ ਨੂੰ ਇੱਕ ਹੋਰ ਕਾਲਾ ਸਿੱਧ ਆ ਟੱਪ ਗਿਆ। ਕਹਿਣ ਲੱਗਾ ਵੀ ਸਿੱਧਾਂ ਦਾ ਲੰਗਰ ਤਿਆਰ ਕਰਨ ਵਾਲਾ ਲੰਗਰੀ ਸਿੱਧ ਨੇ ਆ ਕੇ ਕਿਹਾ ਵੀ ਪਹਿਲਾਂ ਮੇਰੇ ਪ੍ਰਸ਼ਨਾਂ ਦਾ ਉੱਤਰ ਦਿਓ। ਮਰ ਕਹਿੰਦੇ ਹਾਂ ਤੂੰ ਦੱਸ। ਤੇ ਤੂੰ ਬਹੁਤਾ ਕਾਲਾ ਹੈ, ਪਹਿਲਾਂ ਤੇਰੀ ਗੱਲ ਸੁਣਦੇ ਆ। ਉਹਨੇ ਪ੍ਰਸ਼ਨ ਕੀਤਾ ਕਿਉ ਤਤੈ ਅਵਗਤੈ ਪਾਵੈ ਜੋ ਅਵਗਤ ਹੈ ਅਬਨਾਸ਼ੀ ਪਰਮੇਸ਼ਰ ਹੈ, ਉਹਦੇ ਸਿਧਾਂਤ ਨੂੰ ਕਿਵੇਂ ਪਾਉਣਾ ਕਰੇ। ਇਸੇ ਪ੍ਰਕਾਰ ਕਿਉ ਤਤੈ ਅਵਗਤੈ ਪਾਵੈ ਤਤੈ ਸਿਧਾਂਤ ਰੂਪ ਪਰਮੇਸ਼ਰ ਜੋ ਅਵਿਸ਼ੇਸ਼ ਕਰਕੇ ਸਾਰਿਆਂ ਵਿੱਚ ਗਤੈ ਪ੍ਰਾਪਤ ਰੂਪ ਹੈ, ਉਹਨੂੰ ਕਿਵੇਂ ਪਾਉਣਾ ਕਰੀਏ। ਇਹ ਸਿੱਧੇ ਪ੍ਰਸ਼ਨ ਦਾ ਗੁਰਾਂ ਨੇ ਨਾਲ ਹੀ ਉੱਤਰ ਦੇ ਦਿੱਤਾ। ਗੁਰਮੁਖ ਲੱਗੈ ਪਿਆਰੋ ਇਹ ਭਾਈ ਇਹ ਮੁਖੀ ਗੁਰਾਂ ਦੀ ਸੰਗਤ ਜਾਂ ਗੁਰਮੁਖਾਂ ਦੀ ਸੰਗਤ ਵਿੱਚ ਪ੍ਰੇਮ ਲਗਾਉਣਾ ਕਰੇ, ਤਦ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਅਗਲੀ ਪੰਕਤੀ ਸਿਧਾਂਤ ਰੂਪ ਦੇ ਵਿੱਚ ਕਥਨ ਕਰਦੇ ਨੇ। ਆਪੇ ਸੁਰਤਾ ਆਪੇ ਕਰਤਾ ਉਹ ਪਰਮੇਸ਼ਰ ਆਪ ਹੀ ਸੁਰਤਾ ਗਿਆਤਾ ਪੰਡਤ ਵਿਦਵਾਨ ਰੂਪ ਹੈ, ਔਰ ਆਪ ਹੀ ਜੀਵ ਰੂਪ ਹੋ ਕੇ ਸਾਧਨਾ ਨੂੰ ਕਰਨੇ ਵਾਲਾ ਹੈ। ਇਸੇ ਪ੍ਰਕਾਰ ਆਪੇ ਸੁਰਤਾ ਆਪੇ ਕਰਤਾ ਆਪ ਹੀ ਸਰੋਤਾ ਰੂਪ ਹੈ ਤੇ ਆਪ ਹੀ ਗੁਰੂ ਰੂਪ ਹੋ ਕੇ ਉਪਦੇਸ਼ ਦੇਣਾ ਕਰਦਾ ਹੈ। ਕਹੋ ਨਾਨਕ ਵਿਚਾਰੋ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜਦ ਆਪਣਾ ਆਤਮਿਕ ਸਰੂਪ ਪ੍ਰਤੀਤ ਹੋਵੇ ਤਦ ਹੀ ਉਹਦੇ ਸਰੂਪ ਦਾ ਹੀ ਵਿਚਾਰ ਪ੍ਰਾਪਤ ਹੁੰਦਾ ਹੈ। ਹੁਕਮੇ ਆਵੈ ਹੁਕਮੇ ਜਾਵੈ ਸੋ ਇਹ ਗੁਰਾਂ ਨੇ ਪ੍ਰਸ਼ਨ ਕਰਨ ਵਾਲੇ ਦੂਸਰੇ ਸਿੱਧ ਕੀਤੇ 3 ਪ੍ਰਸ਼ਨਾਂ ਦਾ ਉੱਤਰ ਦਿੱਤਾ ਹੈ। ਪਹਿਲਾ ਪ੍ਰਸ਼ਨ ਸੀਗਾ ਕਾਹਾਂ ਦੀ ਆਵੈ, ਦੂਜਾ ਸੀਗਾ ਕਾਹਾਂ ਇਹੋ ਜਾਵੈ, ਤੇ ਮਹਾਰਾਜ ਉੱਤਰ ਦਿੰਦੇ ਹੁਕਮੇ ਆਵੈ। ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਜੀਵ ਇੱਥੇ ਸੰਸਾਰ ਦੇ ਵਿੱਚ ਆਉਂਦਾ ਹੈ ਤੇ ਹੁਕਮੇ ਜਾਵੈ। ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਜੀਵ ਇੱਥੋਂ ਸੰਸਾਰ ਤੋਂ ਪ੍ਰਾਲਬਧ ਹੋ ਕੇ ਪਰਲੋਕ ਨੂੰ ਚਲਿਆ ਜਾਂਦਾ ਹੈ। ਜਾਂ ਆਪਾਂ ਜੇ ਕਹੀਏ ਆਪਦੀ ਮਰਜ਼ੀ ਨਾਲ ਆਏ ਆ, ਮਰਜ਼ੀ ਕੋਈ ਨਹੀਂ, ਗੁਰੂ ਦੇ ਹੁਕਮ ਦੇ ਅਨੁਸਾਰ ਹੀ ਗੁਰਦੁਆਰੇ ਆਏ ਆ। ਹੁਕਮ ਹੀ ਆਵੇ, ਵਾਹਿਗੁਰੂ ਜੀ ਦਾ ਹੁਕਮ ਹੋਇਆ ਹੈ ਤਾਂ ਆਪਾਂ ਗੁਰੂ ਘਰ ਆਏ ਹਾਂ ਤੇ ਹੁਕਮ ਹੀ ਜਾਵੇ। ਜਦ ਮਹਾਰਾਜ ਕਹਿਣ ਲੱਗੇ ਵੀ ਅਰਦਾਸ ਹੋ ਗਈ, ਹੁਕਮਨਾਮਾ ਹੁਣ ਸਮਾਪਤੀ ਹੋ ਗਈ, ਹੁਣ ਆਪਦੇ ਬੱਚਿਆਂ ਨੂੰ ਦੇਖੋ ਜਾ ਕੇ ਕਾਰੋਬਾਰ, ਕੋਈ ਨੌਕਰੀ, ਕੋਈ ਦੁਕਾਨ, ਕਿਸੇ ਕਿਸਮ ਦਾ ਕੋਈ ਰੁਝੇਵਾਂ, ਹੁਣ ਜਾਓ ਆਪਦੇ ਘਰਾਂ ਨੂੰ।
ਆਪੇ ਸੰਗਤ ਸਦ ਬਹਾਲੈ। ਆਪੇ ਹੀ ਸੰਗਤ ਨੂੰ ਸੱਦ ਕੇ ਬਹਾਲਦਾ ਹੈ ਤੇ ਆਪੇ ਵਿਦਾ ਕਰਾਵੇ। ਫਿਰ ਆਪੇ ਸਰੋਪੇ ਦੇ ਕਹਿੰਦਾ ਵੀ ਜਾਓ ਭਾਈ, ਹੁਣ ਆਪਦੇ ਘਰਾਂ ਨੂੰ ਜਾ ਕੇ ਦੇਖੋ। ਆਪੇ ਹੀ ਵਿਦਾ ਕਰਾ ਦਿੰਦਾ ਹੈ। ਇਹ ਵੀ ਅਰਥ ਹੈ, ਪਰ ਇਹ ਸਿੱਧਾਂ ਦੇ ਸਵਾਲਾਂ ਦਾ ਉੱਤਰ ਹੈ ਕਿ ਵਾਹਿਗੁਰੂ ਦੇ ਹੁਕਮ ਅਨੁਸਾਰ ਜੀਵ ਇੱਥੇ ਸੰਸਾਰ 'ਚ ਆਉਂਦਾ ਅਤੇ ਹੁਕਮ ਹੁੰਦਾ ਹੈ, ਉੱਠ ਕੇ ਤੁਰ ਜਾਂਦਾ। ਜੇ ਆਹ ਚੀਰੀ ਲਿਖਿਆ ਤੇ ਆਹ ਹੁਕਮ ਕਮਾਹੇ, ਕੱਲੇ ਆਵੇ ਨਾਨਕਾ ਸਦੇ ਉੱਠੀ ਜਾਹੇ। ਹੁਕਮੇ ਜਾਵੈ ਹੁਕਮ ਦੇ ਵਿੱਚ ਹੀ ਮਰ ਕੇ ਤੁਰ ਜਾਂਦਾ ਹੈ। ਹੁਕਮੇ ਰਹਿ ਸਮਾਈ। ਤੀਜਾ ਸਵਾਲ ਸੀਗਾ, ਕਹਾਂ ਇਹੋ ਰਹਿ ਸਮਾਈ। ਮਹਾਰਾਜ ਕਹਿੰਦੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਜੀਵ ਉਸ ਦੇ ਸਰੂਪ ਦੇ ਵਿੱਚ ਸਮਾਇਆ ਰਹਿੰਦਾ। ਭਾਵ ਜੀਵ ਦੀ ਪ੍ਰਤੱਖ ਜੋਤ ਚੇਤਨ ਦੀ ਜੋਤ ਵਿੱਚ ਮਿਲ ਜਾਂਦੀ ਹੈ। ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਪੂਰੇ ਗੁਰ ਤੇ ਸਾਚ ਕਮਾਵੈ। ਇਹ ਸਿਧਾਂਤ ਰੂਪ ਦੇ ਵਿੱਚ ਪੰਕਤੀ ਕਥਨ ਕਰਦੇ ਨੇ ਕਿ ਪੂਰੇ ਸਤਿਗੁਰਾਂ ਦਾ ਉਪਦੇਸ਼ ਲੈ ਕੇ ਸੱਚੇ ਨਾਮ ਨੂੰ ਕਮਾਉਣਾ ਕਰੇ। ਗਾਤ ਮਿਤ ਸਭ ਦੇ ਪਾਈ। ਇਉਂ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਦੀ ਮਰਿਆਦਾ ਪਾਉਣਾ ਕਰੀਦੀ ਹੈ, ਜਾਂ ਇਸ ਮਰਿਆਦਾ ਕਰਕੇ ਹੀ ਸਭ ਦੇ ਬ੍ਰਹਮ ਦੀ ਪ੍ਰਾਪਤੀ ਪਾਈ ਦੀ ਹੈ। ਇਸ ਤੁਕ ਨੂੰ ਅਮੰਤਰ ਪ੍ਰਸ਼ਨ ਉੱਤਰ ਦੇ ਢੰਗ ਨਾਲ ਇਉਂ ਵੀ ਲਗਾਉਂਦੇ ਨੇ, ਪਰਮੇਸ਼ਰ ਦਾ ਹੁਕਮ ਕਿਵੇਂ ਮੰਨਿਆ ਜਾਂਦਾ ਅਤੇ ਉਹਦੀ ਪ੍ਰਾਪਤੀ ਕਿਸ ਮਰਿਆਦਾ ਦੁਆਰਾ ਪਾਈ ਦੀ ਹੈ। ਤਾਂ ਪਾਤਸ਼ਾਹ ਫਰਮਾਉਂਦੇ ਨੇ, ਪੂਰੇ ਗੁਰ ਤੇ ਸਾਚ ਕਮਾਵੈ। ਪੂਰੇ ਗੁਰਾਂ ਤੋਂ ਉਪਦੇਸ਼ ਲੈ ਕੇ ਸੱਚ ਨਾਮ ਦੀ ਕਮਾਈ ਕਰੇ। ਗਾਤ ਮਿਤ ਸਭ ਦੇ ਪਾਈ। ਤਾਂ ਹੀ ਉਹਦਾ ਹੁਕਮ ਮੰਨਿਆ ਜਾਂਦਾ ਅਤੇ ਇਸ ਮਰਿਆਦਾ ਕਰਕੇ ਬ੍ਰਹਮ ਦੀ ਪ੍ਰਾਪਤੀ ਪਾਈ ਦੀ ਹੈ। ਪਿਛਲੀ 21ਵੀਂ ਪੌੜੀ ਵਿੱਚ ਜੋ ਇੱਕ ਸਿੱਧ ਨੇ 8 ਪ੍ਰਸ਼ਨ ਕੀਤੇ ਸਨ, ਹੁਣ ਉਹਨਾਂ 8 ਪ੍ਰਸ਼ਨਾਂ ਦੇ ਸਤਿਗੁਰੂ ਜੀ ਇਹ 23ਵੀਂ ਪੌੜੀ ਵਿੱਚ ਉੱਤਰ ਬਖਸ਼ਿਸ਼ ਕਰ ਰਹੇ ਹਨ। ਆਦਿ ਕਉ ਬਿਸਮਾਦ ਵਿਚਾਰ ਕਥੀਅਲੇ। ਪਹਿਲਾ ਪ੍ਰਸ਼ਨ ਸੀਗਾ ਆਦਿ ਕੋ ਕਮਣ ਵਿਚਾਰ ਕਥੀਅਲੇ, ਕਿ ਸੰਸਾਰ ਦੇ ਮੁੱਢ ਦੇ ਵਿੱਚ ਕੌਣ ਕਥਨ ਕਰੀਦਾ, ਇਹ ਵਿਚਾਰ ਦਿਓ। ਤਾਂ ਪਾਤਸ਼ਾਹ ਕਹਿੰਦੇ ਆਦਿ ਕੋ ਬਿਸਮਾਦ ਵਿਚਾਰ ਕਥੀਅਲੇ, ਸੰਸਾਰ ਦੇ ਮੁੱਢ ਦੇ ਵਿੱਚ ਅਚਰਜ ਰੂਪ ਪਰਮੇਸ਼ਰ ਦਾ ਵਿਚਾਰ ਹੀ ਕਥਨ ਕਰੀਦਾ, ਜਾਂ ਮੁੱਢ ਰੂਪ ਸੰਸਾਰ ਨੂੰ ਅਚਰਜ ਰੂਪ ਪਰਮੇਸ਼ਰ ਨੇ ਆਪਣੀ ਮਰਜ਼ੀ ਨਾਲ ਹੀ ਰਚਨਾ ਕੀਤਾ, ਇਹੀ ਵਿਚਾਰ ਕਥਨ ਕਰੀਦਾ। ਇਸੇ ਪ੍ਰਕਾਰ ਆਦਿ ਕਉ ਬਿਸਮਾਦ ਵਿਚਾਰ ਕਥੀਅਲੇ। ਮੁੱਢ ਰੂਪ ਪਰਮੇਸ਼ਰ ਦੇ ਵਿਸਮਾਦ ਰੂਪ ਦਾ ਵਿਚਾਰ ਹੀ ਕਥਨ ਕਰੀਦਾ, ਅਰਥਾਤ ਮਾਇਕੀ ਵਿਸਮਾਦ ਗਿਆਨ ਹੋਣ ਤੋਂ ਨਾਸ਼ ਹੋ ਜਾਂਦਾ ਅਤੇ ਵਿਸਮਾਦ ਰੂਪ ਪਰਮੇਸ਼ਰ ਗਿਆਨ ਕਰਕੇ ਪ੍ਰਾਪਤ ਹੋਣੇ ਯੋਗ ਹੈ। ਅਤੇ ਦੂਜਾ ਸਵਾਲ ਸੀਗਾ ਸੁਨ ਕਹਾਂ ਘਰ ਵਾਸੋ। ਤਾਂ ਪਾਤਸ਼ਾਹ ਫਰਮਾਉਂਦੇ ਨੇ, ਸੁਨ ਨਿਰੰਤਰ ਵਾਸ ਲਿਆ। ਸੁਨ ਅਫੁਰ ਰੂਪ ਬ੍ਰਹਮ ਨੇ ਨਿਰੰਤਰ ਇੱਕ ਰਸ ਸਾਰਿਆਂ ਦੇ ਵਿੱਚ ਨਿਵਾਸ ਲਿਆ ਹੋਇਆ ਹੈ। ਭਾਵ ਪਰਮੇਸ਼ਰ ਦੀ ਚੇਤਨ ਸੱਤਾ ਨਾਲ ਹੀ ਸਾਰੀ ਕਿਰਿਆ ਹੋ ਗਈ ਰਹੀ ਹੈ। ਸਾਹਮਣੇ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਾਹਮਣੇ ਚਾਨਣ ਹੋਏ। ਤੀਜਾ ਸਵਾਲ ਸੀਗਾ ਗਿਆਨ ਕੀ ਮੁਦਰਾ ਕਮਨ ਕਥੀਅਲੇ। ਤਾਂ ਇਹਦਾ ਉੱਤਰ ਮਹਾਰਾਜ ਫਰਮਾਉਂਦੇ ਨੇ, ਅਕਾਲ ਪਦ ਮੁਦਰਾ ਗੁਰ ਗਿਆਨ ਵਿਚਾਰੀਅਲੇ। ਜਿਹੜਾ ਗੁਰਾਂ ਦੁਆਰਾ ਅਪਰੋਖ ਗਿਆਨ ਨੂੰ ਵਿਚਾਰਨਾ ਹੈ, ਇਹੀ ਕਲਪਨਾ ਤੋਂ ਰਹਿਤ ਜੀਵਨ ਵਾਲੇ ਗਿਆਨਮਾਨ ਦੀ ਨਿਸ਼ਾਨੀ ਹੈ। ਇਸੇ ਪ੍ਰਕਾਰ ਅਕਾਲ ਪਦ ਮੁਦਰਾ ਗੁਰ ਗਿਆਨ ਵਿਚਾਰੀਅਲੇ। ਗੁਰਾਂ ਦੁਆਰਾ ਜੋ ਕਲਪ ਤੋਂ ਰਹਿਤ ਹੋਣਾ ਹੈ, ਕਲਪਨਾ ਤੋਂ, ਇਹੀ ਗਿਆਨ ਦੀ ਨਿਸ਼ਾਨੀ ਵਿਚਾਰੀ ਦੀ ਹੈ। ਚੌਥਾ ਸਵਾਲ ਸੀਗਾ ਘਟ ਘਟ ਕਬਨ ਨਿਵਾਸੋ। ਤਾਂ ਮਹਾਰਾਜ ਦਾ ਉੱਤਰ ਬਖਸ਼ਦੇ ਨੇ,
ਘਟ ਘਟ ਸਾਚਾ ਸਰਬ ਜੀਆ। ਜੋ ਘਟਾਂ ਘਟਾਂ ਵਿੱਚ ਸੱਚਾ ਪਰਮੇਸ਼ਰ ਹੈ, ਉਹੀ ਸਾਰਿਆਂ ਜੀਵਾਂ ਦੇ ਅੰਦਰ ਵੀ ਵਿਆਪਕ ਹੈ ਤੇ ਬਾਹਰ ਵੀ ਹੈ। ਸਾਰਿਆਂ ਦਾ ਜੀਆ ਚੇਤਨ ਸਰੂਪ ਹੈ। ਪੰਜਵਾਂ ਸਵਾਲ ਸੀਗਾ, ਕਾਲ ਕਾ ਠੀਕਾ ਕਿਉਂ ਜਲਾਈ ਵਾਲੇ? ਤਾਂ ਮਹਾਰਾਜ ਫਰਮਾਉਂਦੇ ਨੇ, ਗੁਰ ਬਚਨੀ ਅਵਿਗਤ ਸਮਾਈਐ। ਗੁਰਾਂ ਦੇ ਬਚਨਾਂ ਉਪਦੇਸ਼ ਦੁਆਰਾ ਹੀ ਵਿਅਕਤੀਗਤ ਤੋਂ ਰਹਿਤ ਜਾਂ ਗਿਆਨ ਸਰੂਪ ਜਾਂ ਅਬਨਾਸੀ ਪਰਮੇਸ਼ਰ ਦੇ ਸਰੂਪ ਦੇ ਵਿੱਚ ਲੀਨ ਹੋਈਦਾ, ਇਉਂ ਕਾਲ ਦਾ ਠੀਂਗਾ ਜਲਾਈਦਾ ਹੈ। ਛੇਵਾਂ ਸਵਾਲ ਸੀਗਾ, ਕਿਉਂ ਨਿਰਭਉ ਘਰ ਜਾਈਏ? ਤਾਂ ਪਾਤਸ਼ਾਹ ਫਰਮਾਉਂਦੇ ਨੇ, ਤਤ ਨਿਰੰਜਨ ਸਹਿਜ ਲਹੈ। ਤਤ ਸਿਧਾਂਤ ਰੂਪ ਪਰਮੇਸ਼ਰ ਦੇ ਗਿਆਨ ਨੂੰ ਗੁਰਾਂ ਦੁਆਰਾ ਲਵੇ, ਪ੍ਰਾਪਤ ਕਰੇ, ਜਾਂ ਤਤ ਸਰੂਪ ਦਾ ਗਿਆਨ ਪ੍ਰਾਪਤ ਕਰਕੇ ਮਨ ਨੂੰ ਸ਼ੁੱਧ ਕਰੇ, ਤਾਂ ਹੀ ਨਿਰਭਉ ਦੇ ਘਰ ਜਾਈਦਾ ਹੈ। ਸਤਵਾਂ ਸਵਾਲ ਸੀ, ਸਹਿਜ ਸੰਤੋਖ ਕਾ ਆਸਨ ਜਾਣੈ। ਤਾਂ ਪਾਤਸ਼ਾਹ ਦਾ ਉੱਤਰ ਬਖਸ਼ਦੇ ਨੇ, ਨਾਨਕ ਦੂਜੀ ਕਾਰ ਨਾ ਕਰਨੀ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਵਾਹਿਗੁਰੂ ਦੀ ਭਗਤੀ ਰੂਪ ਕਾਰ ਤੋਂ ਬਗੈਰ ਹੋਰ ਦੂਜੀ ਕੋਈ ਵੀ ਕਾਰ ਨਾ ਕਰੇ, ਜਾਂ ਦਵੈਤ ਵਾਲੀ ਕਾਰ ਨਾ ਕਰੇ, ਤਾਂ ਸਤਸੰਤੋਖ ਆਦਿਕ ਸ਼ੁਭ ਗੁਣਾਂ ਵਿੱਚ ਸਥਿਤ ਹੋਣਾ ਜਾਣੀਦਾ ਹੈ। ਅੱਠਵਾਂ ਸਵਾਲ ਸੀ, ਕਿਉਂ ਛੇਦੇ ਪੈਰ ਆਈ ਹੈ? ਤਾਂ ਮਹਾਰਾਜ ਉੱਤਰ ਬਖਸ਼ਦੇ ਨੇ, ਸੀਵੈ ਸਿੱਖ ਸੋ ਖੋਜ ਲਹੈ। ਜੋ ਸਿਖਿਆਰਥੀ ਸੇਵਕ ਬਣ ਕੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ, गुर की आज्ञा मन में सह, आपस को करकश न जनावे, हर हर नाम हृदय सद गावे। सेवक बन के गुरां नूं सेवना करदा, वो काम आदਿਕ ਵੈਰੀਆਂ ਦੇ ਕੱਟਣ ਦਾ ਰਸਤਾ ਲੱਭ ਲੈਂਦਾ ਹੈ। ਇਸੇ ਦੁੱਖ ਨੂੰ ਪ੍ਰਸ਼ਨ ਉੱਤਰ ਦੁਆਰਾ ਇਉਂ ਹੀ ਲਾਈਦਾ। ਜੀਵ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ? ਤਾਂ ਮਹਾਰਾਜ ਫਰਮਾਉਂਦੇ ਨੇ, ਨਾਨਕ ਦੂਜੀ ਕਾਰ ਨਾ ਕਰਨੀ। ਸਤਿਗੁਰੂ ਜੀ ਕਥਨ ਕਰਦੇ ਕਿ ਪ੍ਰਭੂ ਦੀ ਭਗਤੀ ਤੋਂ ਬਿਨਾਂ ਦੂਜੀ ਹੋਰ ਵੀ ਕਾਰ ਨਾ ਕਰਨੀ ਕਰੇ। ਸੇਵੈ ਸਿੱਖ ਸੋ ਖੋਜ ਲਹੈ। ਜਿਹੜਾ ਐਸਾ ਸੇਵਕ ਬਣ ਕੇ ਪ੍ਰਭੂ ਦਾ ਸੇਵਨ ਭਜਨ ਕਰਦਾ, ਉਹ ਪਰਮੇਸ਼ਰ ਨੂੰ ਹਿਰਦੇ ਦੇ ਵਿੱਚੋਂ ਹੀ ਲੱਭ ਲੈਂਦਾ ਹੈ। ਅਗਲੀਆਂ ਦੋ ਤੁਕਾਂ ਸਿਧਾਂਤ ਰੂਪ ਦੇ ਵਿੱਚ ਕਥਨ ਕਰਦੇ ਨੇ, ਪ੍ਰਸ਼ਨ ਉੱਤਰ ਦੇ ਤਰੀਕੇ ਨਾਲ ਵੀ ਲਗਾਉਂਦੇ ਨੇ। ਹੁਕਮ ਬਿਸਮਾਦ ਹੁਕਮ ਪਛਾਣੈ। ਕਿ ਉਸ ਪਰਮੇਸ਼ਰ ਦਾ ਹੁਕਮ ਬਿਸਮਾਦ ਆਸ਼ਚਰਜ ਰੂਪ ਹੈ। ਉਸ ਹੁਕਮੀ ਦੇ ਹੁਕਮ ਨੂੰ ਪਹਿਚਾਨਣਾ ਕਰੇ, ਤਦ ਹੀ ਐਸੀ ਸਮਝ ਪੈਂਦੀ ਹੈ ਕਿ ਜੀਅ ਜੁਗਤ ਸੱਚ ਜਾਣੈ ਸੋਈ। ਸਾਰੇ ਜੀਵਾਂ ਦੀ ਪਾਲਣ ਪੋਸ਼ਣ, ਪੈਦਾ ਕਰਨ ਤੇ ਪਰਲੋਕ ਕਰਨ ਦੀ ਜੁਗਤੀ ਨੂੰ ਉਹ ਸੱਚਾ ਪਰਮੇਸ਼ਰ ਆਪ ਹੀ ਜਾਣਦਾ ਹੈ। ਕਿਸ ਨੂੰ ਪਹਿਚਾਨਣਾ ਕਰੇ? ਕਹਿੰਦੇ ਜਿਸ ਦਾ ਹੁਕਮ ਅਚਰਜ ਰੂਪ ਹੈ, ਹੁਕਮ ਬਿਸਮਾਦ, ਹੁਕਮ ਪਛਾਣੈ। ਤੇ ਜੀਏ ਜੁਗਤ ਸੱਚ ਜਾਣੈ ਸੋਈ, ਜਿਸ ਦਾ ਹੁਕਮ ਅਚਰਜ ਰੂਪ ਹੈ ਤੇ ਜੋ ਸਾਰੇ ਜੀਵਾਂ ਦੀ ਉਤਪਤੀ ਪਾਲਣਾ ਤੇ ਪਰਲੋਕ ਕਰਨ ਦੀ ਜੁਗਤੀ ਜਾਣਦਾ, ਉਸ ਹੁਕਮ ਕਰਨ ਵਾਲੇ ਹੁਕਮੀ ਪਰਮੇਸ਼ਰ ਨੂੰ ਪਹਿਚਾਨਣਾ ਕਰੇ। ਫਿਰ ਜੋਗੀ ਕਿਸ ਨੂੰ ਆਂਦੇ ਨੇ? ਤਾਂ ਪਾਤਸ਼ਾਹ ਫਰਮਾਉਂਦੇ ਹਨ, ਆਪ ਮੇਟ ਨਿਰਾਲਮ ਹੋਵੈ। ਸੋ ਆਪਾ ਭਾਵ ਮੇਟ ਕਰਕੇ, ਜੋ ਆਪਣਾ ਆਪ ਨਿਵਰਤ ਕਰਕੇ ਸੰਸਾਰ ਤੋਂ ਨਿਰਲੇਪ ਹੋ ਜਾਏ। ਅੰਤਰ ਸਾਚ ਜੋਗੀ ਕਹੀਐ ਸੋਈ। ਹਰ ਹਿਰਦੇ ਦੇ ਅੰਦਰ ਸੱਚੇ ਨਾਮ ਨੂੰ ਮਸਾਉਣਾ ਕਰੇ, ਉਹੀ ਅਸਲ ਜੋਗੀ ਕਹੀਦਾ ਹੈ। ਸਿੱਧਾ ਨੇ ਫਿਰ ਪ੍ਰਸ਼ਨ ਹੋਰ ਕਰ ਦਿੱਤੇ। ਅਜੇ ਉੱਤਰ ਦਿੰਦੇ ਸੀਗੇ, ਸਾਹ ਨਹੀਂ ਲੈਣ ਦਿੰਦੇ ਮਹਾਰਾਜ ਨੂੰ, ਨਾ ਕੋਈ ਪਾਣੀ ਨਾ ਧਾਣੀ, ਨਾ ਕੋਈ ਗੱਲ ਨਾ ਬਾਤ। ਤੇ ਵੇਖੋ ਗੁਰੂ ਸਾਹਿਬ ਕਿੱਡੇ ਪਰਉਪਕਾਰੀ ਨੇ, ਕਿੰਨੇ ਥੱਕੇ ਹੋਣਗੇ ਜਦੋਂ ਉੱਪਰ ਗਏ ਨੇ, ਤੇ ਕਿੰਨਾ ਵੇਖੋ ਖੇਚਲ ਸੀਗੀ, ਤੇ ਕਿੰਨੀ ਮੁਸ਼ਕਿਲ ਦੇ ਵਿੱਚ ਗੁਰੂ ਸਾਹਿਬ ਉੱਪਰ ਪਹੁੰਚੇ ਨੇ। ਤੇ ਜਾਂਦਿਆਂ ਨੂੰ ਇਹ ਇਸ ਤਰ੍ਹਾਂ ਜਿਸ ਤਰ੍ਹਾਂ ਕਿ ਉਹਨਾਂ ਦਾ ਨੁਕਸਾਨ ਕੋਈ ਕੀਤਾ ਹੋਏ,
ਗੁੱਸੇ ਦੇ ਵਿੱਚ, ਸਵਾਲ ਵੀ ਬੜੇ ਰੋਹ ਦੇ ਵਿੱਚ ਆ ਗਏ। ਇੱਕ ਦੂਜੇ ਤੋਂ ਵੱਧ ਕੇ ਸਾਰੇ ਇਕੱਠੇ ਹੋ ਗਏ। ਮਹਾਰਾਜ ਇਕੱਲੇ ਨੇ, ਇਹ ਪਤਾ ਨਹੀਂ ਕਿੰਨੇ ਹਨ। ਸਾਰੇ ਦਾ ਸਾਰਾ ਹਜੂਮ ਹੀ ਗੁਰੂ ਸਾਹਿਬ ਦੇ ਕੋਲ ਆ ਪਹੁੰਚਿਆ। ਤੇ ਸਮਝ ਲਓ ਕਿ ਇਹਨਾਂ ਸਿੱਧਾਂ ਦੀ ਕਮਾਈ ਫਲੀਭੂਤ ਹੋ ਰਹੀ ਹੈ। ਰੱਬ ਦੀ ਪ੍ਰਾਪਤੀ ਲਈ ਕੋਈ ਨਾ ਕੋਈ ਸਾਧਨ ਕਰਦਾ। ਤੇ ਗੁਰੂ ਸਾਹਿਬ ਭਗਵਾਨ ਰੂਪ ਨੇ, ਮਹਾਰਾਜ ਸੱਚੇ ਪਾਤਸ਼ਾਹ ਇਹ ਕੌਤਕ ਕਰ ਰਹੇ ਨੇ, ਦੁਨਿਆਵੀ ਰੂਪ ਦੇ ਵਿੱਚ ਹੈ ਭਗਵਾਨ ਸਰੂਪ, ਇਹਨਾਂ ਨੂੰ ਦਰਸ਼ਨ ਦੇਣ ਲਈ ਪਹੁੰਚੇ ਨੇ। ਬੜੀ ਧੀਰਜ ਹੈ ਮਹਾਰਾਜ ਦੇ ਵਿੱਚ। ਪਾਤਸ਼ਾਹ ਜੀ ਤੋਂ ਅਜੇ ਇਹਨਾਂ ਦਾ ਉੱਤਰ ਦੇ ਹੀ ਰਹੇ ਸੀਗੇ ਕਿ ਜੋਗੀ ਉਹ ਹੈ ਜਿਹੜਾ ਆਪਣਾ ਆਪ ਮੇਟ ਕੇ ਨਿਰਲੇਪ ਹੋ ਕੇ ਰਹੇ, ਹਿਰਦੇ ਦੇ ਵਿੱਚ ਸੱਚੇ ਨਾਮ ਨੂੰ ਵਸਾਵੇ, ਮੁਖੋਂ ਵੀ ਰੱਬ ਦਾ ਨਾਮ ਜਪੇ। ਤਾਂ ਇਹਨਾਂ ਨੇ ਹੋਰ ਸਵਾਲ ਕਰ ਦਿੱਤੇ। ਪਹਿਲਾ ਸਵਾਲ, ਪਰਮੇਸ਼ਰ ਦਾ ਗਿਆਨ ਹਿਰਦੇ 'ਚ ਕਿਵੇਂ ਪੈਦਾ ਹੁੰਦਾ ਹੈ? ਅਵਗਤੋ ਨਿਰਮਾਇਲ ਉਪਜੇ। ਤਾਂ ਪਾਤਸ਼ਾਹ ਉੱਤਰ ਬਖਸ਼ਦੇ ਕਿ ਜੋ ਵਿਅਕਤੀਗਤ ਤੋਂ ਰਹਿਤ ਜਾਂ ਆਕਾਰਾਂ ਤੋਂ ਰਹਿਤ ਪਰਮੇਸ਼ਰ ਹੈ, ਜਦ ਉਹਦੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਉਜਲ ਪ੍ਰੀਤੀ ਹਿਰਦੇ ਵਿੱਚ ਪੈਦਾ ਹੋਵੇ ਤਾਂ ਦੀ ਉਹਦੇ ਸਰੂਪ ਦਾ ਗਿਆਨ ਹਿਰਦੇ ਵਿੱਚ ਪੈਦਾ ਹੁੰਦਾ ਹੈ ਅਤੇ ਉਸ ਵੇਲੇ ਸਮਝ ਪੈਂਦੀ ਹੈ। ਨਿਰਗੁਣ ਤੇ ਸਰਗੁਣ ਥੀਆ। ਨਿਰਗੁਣ ਸਰੂਪ ਤੋਂ ਜਾਂ ਤਿੰਨਾਂ ਗੁਣਾਂ ਤੋਂ ਅਤੀਤ ਪਰਮੇਸ਼ਰ ਆਪ ਹੀ ਆਪਣੀ ਇੱਛਾ ਅਨੁਸਾਰ ਮਾਇਆ ਸਬਲ ਹੋ ਕੇ ਸਰਗੁਣ ਸਰੂਪ ਹੋਇਆ। ਜਾਂ ਇਸੇ ਪ੍ਰਕਾਰ ਨਿਰਗੁਣ ਤੇ ਸਰਗੁਣ ਥੀਆ। ਨਿਰਗੁਣ ਸਰੂਪ ਬ੍ਰਹਮ ਸਰਗੁਣ ਸਰੂਪ ਕਿਵੇਂ ਹੁੰਦਾ ਹੈ? ਤਾਂ ਪਾਤਸ਼ਾਹ ਆਰੰਭ ਤੋਂ ਬਖਸ਼ਿਸ਼ ਕਰਦੇ ਹਨ। ਅਵਗਤੋ ਨਿਰਮਾਇਲ ਉਪਜੇ। ਆਪ ਵਿਸ਼ੇਸ਼ ਕਰਕੇ ਸਾਰਿਆਂ ਦੇ ਵਿੱਚ ਗਤੋ ਪ੍ਰਾਪਤ ਜੋ ਨਿਰਮਾਇਲ ਉਜਲ ਸਰੂਪ ਹਰੀ ਹੈ, ਉਹ ਭਗਤਾਂ ਦੀ ਰੱਖਿਆ ਵਾਸਤੇ ਨਿਰਗੁਣ ਤੇ ਸਰਗੁਣ ਥੀਆ। ਸੋ ਨਿਰਗੁਣ ਤੋਂ ਸਰਗੁਣ ਸਰੂਪ ਦੇ ਵਿੱਚ ਪੈਦਾ ਹੁੰਦਾ ਹੈ। ਜਾਂ ਜੋ ਗੁਣਾਂ ਤੋਂ ਰਹਿਤ ਜੀਵ ਹੈ, ਉਹ ਗੁਣਾਂ ਦੇ ਸਹਿਤ ਕਿਵੇਂ ਹੁੰਦਾ ਹੈ? ਨਿਰਗੁਣ ਗੁਣਾਂ ਤੋਂ ਰਹਿਤ ਜਿਹੜਾ ਜੀਵ ਹੈ ਉਹ ਸਰਗੁਣ ਥੀਆ। ਕਾਹਤੋਂ ਸਾਰੇ ਗੁਣਾਂ ਦੇ ਸਹਿਤ ਹੁੰਦਾ? ਤਾਂ ਮਹਾਰਾਜ ਉੱਤਰ ਬਖਸ਼ਦੇ ਨੇ। ਅਵਗਤੋ ਨਿਰਮਾਇਲ ਉਪਜੇ। ਅਬਿਨਾਸੀ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਨਿਰਮਲਤਾ ਪੈਦਾ ਹੁੰਦੀ ਹੈ। ਨਿਰਗੁਣ ਤੇ ਸਰਗੁਣ ਥੀਆ। ਇਸੇ ਕਰਕੇ ਗੁਣਾਂ ਤੋਂ ਰਹਿਤ ਜੀਵ ਸਹਿਤ ਗੁਣਾਂ ਦੇ ਹੋ ਜਾਂਦਾ ਹੈ। ਅਗਲੀਆਂ ਤੁਕਾਂ ਸਿਧਾਂਤ ਰੂਪ 'ਚ ਕਥਨ ਕਰਦੇ ਹਨ। ਸਤਿਗੁਰ ਪਰਚੈ ਪਰਮ ਪਦ ਪਾਈਐ। ਸਤਿਗੁਰਾਂ ਦੇ ਉਪਦੇਸ਼ ਦੁਆਰਾ ਜਾਂ ਸਤਿਗੁਰਾਂ ਦੇ ਪ੍ਰੇਮ ਦੇ ਵਿੱਚ ਪਰਚੇ ਕਰਕੇ ਹੀ ਵੱਡੀ ਪਦਵੀ ਕੇਵਲ ਮੁਕਤੀ ਨੂੰ ਪਾਉਣਾ ਕਰੀਦਾ ਹੈ। ਸਾਚੈ ਸ਼ਬਦ ਸਮਾਇਲੀਆ। ਜਿਸ ਨੇ ਕੇਵਲ ਮੋਖ ਨੂੰ ਪਾਇਆ, ਉਹਨੂੰ ਸੱਚੇ ਬ੍ਰਹਮ ਨੇ ਆਪਣੇ ਵਿੱਚ ਸਮਾ ਲਿਆ, ਲੀਨ ਕਰ ਲਿਆ ਹੈ। ਏਕੇ ਕਉ ਸੱਚ ਏਕਾ ਜਾਣੈ। ਧੌਮੈ ਦੂਜਾ ਦੂਰ ਕੀਆ। ਜਿਸ ਨੇ ਹਉਮੈ ਹੰਗਤਾ ਅਤੇ ਦਵੈਤ ਭਾਵ ਨੂੰ ਨਿਵਰਤ ਕੀਤਾ ਹੈ, ਜਾਂ ਹਉਮੈ ਕਰਕੇ ਦੂਸਰਾ ਸੁਭਾਵ ਭਾਵ ਜੀਵ ਈਸ਼ ਦਾ ਭੇਦ ਗਿਆਨ ਸੀਗਾ, ਉਹ ਦੂਰ ਕੀਤਾ ਹੈ। ਉਸ ਨੇ ਇੱਕੋ ਪਰਮੇਸ਼ਰ ਦੇ ਸੱਚੇ ਨਾਮ ਦੁਆਰਾ ਜੀਵ ਈਸ਼ ਦੀ ਏਕਤਾ ਨੂੰ ਜਾਣਨਾ ਕੀਤਾ ਹੈ। ਜਾਂ ਸੱਚ ਨਿਸ਼ਚੈ ਕਰਕੇ ਸਾਰਿਆਂ ਵਿੱਚ ਇੱਕੋ ਪਰਮੇਸ਼ਰ ਦੀ ਜੋਤ ਨੂੰ ਜਾਣਨਾ ਕੀਤਾ ਹੈ। ਅਸਲੀ ਜੋਗੀ ਕੌਣ ਹੈ? ਤਾਂ ਪਾਤਸ਼ਾਹ ਫਰਮਾਉਂਦੇ ਨੇ, ਸੋ ਜੋਗੀ ਗੁਰ ਸ਼ਬਦ ਪਛਾਣੈ। ਇਹ ਸਿੱਧ ਪੁਰਸ਼ੋ, ਅਸਲੀ ਜੋਗੀ ਉਹੀ ਹੈ ਜੋ ਗੁਰਾਂ ਦੇ ਉਪਦੇਸ਼ ਦੁਆਰਾ ਬ੍ਰਹਮ ਦੀ ਪਹਿਚਾਣ ਕਰਦਾ ਹੈ। ਅੰਤਰ ਕਮਲ ਪ੍ਰਗਾਸ ਥੀਆ। ਹਰ ਹਿਰਦੇ ਕਮਲ ਮੈਂ ਹਰ ਕਾ ਬਾਸ। ਮਨਮੁਖ ਉਂਦਾ ਕੌਲ ਹੈ, ਨਾ ਤਿਸ ਭਗਤ ਨਾ ਭਾਉ। ਹਿਰਦੇ ਦੇ ਵਿੱਚ ਕਮਲ ਦਾ ਫੁੱਲ ਮੰਨਿਆ, ਜਾਂ ਹਿਰਦੇ ਨੂੰ ਮਾਰ ਨੇ ਕਮਲ ਫੁੱਲ ਆਖਿਆ, ਉਹ ਜੋਗੀ ਸਿੱਧਾ ਕਰਦੇ ਨੇ।
ਜਿਸ ਦੇ ਹਿਰਦੇ ਰੂਪੀ ਕਮਲ ਦੇ ਵਿੱਚ ਬ੍ਰਹਮ ਗਿਆਨ ਦਾ ਚਾਨਣ ਹੋਇਆ ਤੇ ਉਹ ਫੁੱਲ ਸਿੱਧਾ ਹੋ ਗਿਆ, ਉਹੀ ਜੋਗੀ ਹੈ। ਜੀਵਤ ਮਰੈ ਤਾ ਸਭ ਕਿਛ ਸੂਝੈ। ਜੇ ਜੀਵਤ ਭਾਵ ਤੋਂ ਮਰੇ ਤਾਂ ਸਾਰਾ ਕੁਝ ਸੁੱਝ ਆਉਂਦਾ ਹੈ। ਭਾਵ ਜੋ ਵੀ ਲੋਕ ਪਰਲੋਕ 'ਚ ਵਰਤਾਰਾ ਵਰਤਦਾ ਉਸ ਦਾ ਗਿਆਨ ਹੋ ਜਾਂਦਾ ਹੈ। ਅਸੀਂ ਆਪਣੇ ਆਪ ਦੇ ਵਿੱਚੋਂ ਹੀ ਨਹੀਂ ਨਿਕਲਦੇ ਤਾਂ ਫਿਰ ਗਿਆਨ ਕਿਵੇਂ ਹੋਵੇ। ਅੰਤਰ ਜਾਣੈ ਸਰਬ ਦਇਆ। ਹਿਰਦੇ ਵਿੱਚ ਸਾਰਿਆਂ ਜੀਵਾਂ 'ਤੇ ਦਇਆ ਤਰਸ ਕਰਨਾ ਜਾਣਨੇ। ਬ੍ਰਹਮ ਗਿਆਨੀ ਸੰਤ ਦਾ ਇਹ ਸਭ ਤੋਂ ਵੱਡਾ ਗੁਣ ਹੁੰਦਾ ਹੈ ਕਿ ਉਹ ਦਿਆਲੂ ਹੁੰਦਾ ਹੈ। ਅਸੀਂ ਤਾਂ ਕੇਵਲ ਆਪਦੇ ਧੀਆਂ ਪੁੱਤਾਂ ਨੂੰ ਹੀ ਚੁੰਮਦੇ ਚੱਟਦੇ ਪਾਲਦੇ ਹਾਂ। ਭਾਵੇਂ ਲੱਖ ਗਲਤੀ ਕਰਨ ਫਿਰ ਵੀ ਕਹਿੰਦੇ ਉਹ ਜਣੇ ਸਾਡੇ ਬੱਚੇ ਨੇ। ਅਤੇ ਗੁਆਂਢੀਆਂ ਦਾ ਬੱਚਾ ਭਾਵੇਂ ਛੋਟੀ ਜਿਹੀ ਗਲਤੀ ਕਰਦੇ ਅਤੇ ਉਹਦਾ ਆਪਾਂ ਪ੍ਰਚਾਰ ਸ਼ੁਰੂ ਕਰ ਦਿੰਦੇ ਹਾਂ। ਤੋ ਆਪਦੇ ਅਤੇ ਬਗਾਨਿਆਂ ਵਿੱਚ ਦਇਆ ਕਰਦੀ ਹਾਂ। ਸੰਤ ਉਹ ਹੈ ਜਿਹੜਾ ਸਾਰਿਆਂ ਨੂੰ ਇੱਕੋ ਜਿਹਾ ਜਾਣੇ, ਸਭਨਾਂ ਦੇ ਉੱਪਰ ਦਇਆ ਕਰੇ, ਤਰਸ ਕਰੇ। ਜੀ ਦਇਆ ਪ੍ਰਵਾਨ, ਤਰਸ ਕਰਕੇ ਨਾਮ ਦਾ ਉਪਦੇਸ਼ ਦੇਵੇ, ਪਰਉਪਕਾਰ ਕਰੇ, ਸਭਨਾਂ ਦੀ ਮਦਦ ਕਰੇ, ਸਭਨਾਂ ਦਾ ਭਲਾ ਕਰੇ ਅਤੇ ਜੀਵਤ ਭਾਵ ਤੋਂ ਮਰਨਾ ਕਰੇ। ਤਾਂ ਹੀ ਉਹਦਾ ਗਿਆਨ ਜਾਣਿਆ ਜਾਂਦਾ, ਉਹ ਸੁੱਝ ਆਉਂਦਾ, ਲੋਕ ਪਰਲੋਕ ਦਾ ਵਰਤਾਰਾ ਵਰਤਦਾ, ਸਭ ਪਤਾ ਲੱਗਦਾ। ਇਸੇ ਪ੍ਰਕਾਰ ਜੀਵਤ ਮਰੈ ਤਾ ਸਭ ਕਿਛ ਸੂਝੈ। ਜੇ ਜੀਵਤ ਭਾਵ ਤੋਂ ਮਰੇ ਤਾਂ ਸਭ ਕੁਛ ਬ੍ਰਹਮ ਰੂਪਤਾ ਕਰਕੇ ਦਿਸ ਆਉਂਦਾ ਹੈ ਅਤੇ ਹਿਰਦੇ ਦੇ ਵਿੱਚ ਸਾਧ ਸੰਗਤ ਜੀ ਉਹ ਜੋਤੀ ਸਰੂਪ ਪਰਮੇਸ਼ਰ ਨੂੰ ਜਾਣ ਲੈਂਦਾ ਹੈ। ਅੰਤਰ ਜਾਣੈ ਸਰਬ ਦਇਆ। ਜਦ ਹਿਰਦੇ ਦੇ ਅੰਦਰ ਵਾਹਿਗੁਰੂ ਨੂੰ ਜਾਣ ਲੈਂਦਾ ਤੇ ਸਾਰਿਆਂ ਉੱਪਰ ਫਿਰ ਦਇਆ ਕਰਨ ਵਾਲਾ ਹੋ ਜਾਂਦਾ। ਭਾਵ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਕਰਦਾ ਹੈ। ਜੋ ਬ੍ਰਹਮ ਸਾਰਿਆਂ ਦੀ ਦਇਆ ਕਰਨ ਵਾਲਾ, ਉਸ ਪਰਮੇਸ਼ਰ ਨੂੰ ਹਿਰਦੇ ਵਿੱਚ ਸਾਖੀ ਰੂਪ ਕਰਕੇ ਉਹ ਵਾਹਿਗੁਰੂ ਜਾਣ ਲੈਂਦਾ ਹੈ। ਨਾਨਕ ਤਾ ਕਉ ਮਿਲੈ ਵਡਾਈ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਤਿਸ ਪੁਰਖ ਨੂੰ ਸਰੂਪ ਦੀ ਪ੍ਰਾਪਤੀ ਦੀ ਜਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਵਡਿਆਈ ਮਿਲਦੀ ਹੈ। ਸਭ ਵਡਿਆਈਆਂ ਹਰ ਨਾਮ ਦੇ ਵਿੱਚ, ਸਭ ਵਡਿਆਈਆਂ ਨਾਮ ਵਿੱਚ ਤੇ ਨਾਮ ਚਿੱਤ ਲਾਈਆ। ਮਹਾਰਾਜ ਕਹਿੰਦੇ ਨੇ ਸਭ ਵਡਿਆਈਆਂ ਹਰ ਨਾਮ ਵਿੱਚ ਤੇ ਹਰ ਗੁਰਮੁਖ ਧਿਆਈ ਹੈ। ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਸਭ ਵਡਿਆਈਆਂ ਨੇ। ਅਸੀਂ ਨਾਮ ਨੂੰ ਛੱਡ ਕੇ ਲੋਕਾਂ ਦੀ ਵਾਹ ਵਾਹ ਖੱਟਣ ਵਾਸਤੇ 100 ਪਾਪੜ ਵੇਲਦੇ ਹਾਂ, ਪਰ ਨਿਤਨੇਮ ਨਹੀਂ ਕਰਦੇ, ਨਾਮ ਨਹੀਂ ਜਪਦੇ। ਤੋ ਇਹ ਜਿਹੜੀਆਂ ਦੁਨੀਆ ਦੀਆਂ ਵਡਿਆਈਆਂ ਕਮਣੇ ਆਵੇ ਕਾਮ, ਇਹ ਦੁਨੀਆ ਦੀਆਂ ਵਡਿਆਈਆਂ ਜੋ ਮੁੱਲ ਖਰੀਦੀਆਂ ਹੋਈਆਂ ਕਿਸੇ ਕੰਮ ਨਹੀਂ ਆਉਣੀਆਂ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਗੁਰਮੁਖਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਵਡਿਆਈ ਬਖਸ਼ਦਾ ਅਤੇ ਸਰੂਪ ਦੀ ਪ੍ਰਾਪਤੀ ਰੂਪ ਵਡਿਆਈ ਬਖਸ਼ਦਾ ਹੈ। ਆਪ ਪਛਾਣੈ ਸਰਬ ਜੀਆ। ਜੋ ਸਾਰੇ ਜੀਆਂ 'ਚ ਆਪਣੇ ਆਪ ਨੂੰ ਪਹਿਚਾਣਦਾ। ਜਿਵੇਂ ਅਸੀਂ ਆਪ ਦਾ ਖਿਆਲ ਰੱਖਦੇ ਹਾਂ ਵੀ ਸਾਨੂੰ ਸਭ ਕੁਛ ਚਾਹੀਦਾ, ਇਉਂ ਸਾਰਿਆਂ ਬਾਰੇ ਵੀ ਸੋਚੇ ਕਿ ਦੂਜਿਆਂ ਨੂੰ ਵੀ ਚਾਹੀਦਾ ਹੈ। ਆਪਦਾ ਹੀ ਪੇਟ ਨਾ ਪਾਲਣ ਵਾਲਾ ਹੋਏ। ਇਹ ਤਾਂ ਪਸ਼ੂ ਪੰਛੀ ਵੀ ਇਸ ਤਰ੍ਹਾਂ ਕਰਦੇ ਹਨ। ਅਤੇ ਜੇ ਇਨਸਾਨ ਬਣ ਕੇ ਵੀ ਆਪ ਦੇ ਬਾਰੇ ਹੀ ਸੋਚੀ ਗਿਆ ਅਤੇ ਫਿਰ ਤਾਂ ਕੋਈ ਲਾਭ ਨਾ ਹੋਇਆ ਇਨਸਾਨ ਬਣਨ ਦਾ। ਇਉਂ ਸੰਤ ਬ੍ਰਹਮ ਗਿਆਨੀ ਗੁਰਮੁਖ ਸਿੱਖ ਉਹ ਹੈ ਜੋ ਆਪਣੇ ਵਰਗਾ ਹੀ ਸਾਰਿਆਂ ਜੀਵਾਂ ਨੂੰ ਜਾਣਦਾ ਹੈ ਕਿ ਜਿਹੜੀਆਂ ਲੋੜਾਂ ਸਾਡੀਆਂ ਨੇ ਉਸ ਤੋਂ ਵੱਧ ਲੋੜਾਂ ਦੂਸਰਿਆਂ ਦੀਆਂ ਵੀ ਹਨ। ਤੋ ਆਪਣਾ ਆਪ ਰੂਪ ਸਾਰੇ ਜੀਵਾਂ ਦੇ ਵਿੱਚ ਪਹਿਚਾਣਦਾ। ਜਿਹੜੀ ਆਤਮਾ, ਜਿਹੜੀ ਜੋਤ ਸਾਡੇ ਵਿੱਚ ਹੈ ਉਹ ਸਭਨਾਂ ਦੇ ਵਿੱਚ ਵਸ ਰਹੀ ਹੈ। ਆਪਣਾ ਆਤਮਾ ਰੂਪ ਕਰਕੇ ਜੋ ਪਹਿਚਾਣਦਾ ਹੈ, ਸਤਿਗੁਰੂ ਦੇ ਘਰੋਂ ਉਹਨੂੰ ਵਡਿਆਈ ਮਿਲਦੀ ਹੈ। ਜਾਂ ਪਾਤਸ਼ਾਹ ਫਰਮਾਉਂਦੇ ਹਨ ਪਰਮ ਪਦ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਸਤਿਗੁਰ ਪਰਚੈ ਪਰਮ ਪਦ ਪਾਈਐ। ਸਤਿਗੁਰਾਂ ਦੇ ਪ੍ਰੇਮ ਨਾਮ ਰੂਪੀ ਪਰਚੇ ਦੇ ਵਿੱਚ ਕਰਕੇ ਹੀ
ਪ੍ਰੇਮ ਦੇ ਪਰਚੇ ਕਰਕੇ ਵੱਡੀ ਪਦਵੀ ਕੇਵਲ ਮੁਕਤੀ ਨੂੰ ਪਾਈਦਾ ਹੈ। ਪਰਮੇਸ਼ਰ 'ਚ ਲੀਨ ਕੌਣ ਹੁੰਦਾ ਹੈ? ਸਾਚੈ ਸ਼ਬਦ ਸਮਾਏ ਲਿਆ। ਜੋ ਸੱਚੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦਾ ਉਹਨੂੰ ਪਰਮੇਸ਼ਰ ਨੇ ਆਪਣੇ ਸਰੂਪ 'ਚ ਸਮਾ ਲਿਆ, ਲੀਨ ਕਰ ਲਿਆ ਹੈ। ਇੱਕ ਹਰੀ ਨੂੰ ਕੌਣ ਜਾਣਦਾ? ਏਕੇ ਕਉ ਸਚ ਏਕਾ ਜਾਣੈ, ਹਉਮੈ ਦੂਜਾ ਦੂਰ ਕੀਆ। ਜਿਹਨੇ ਹਉਮੈ ਹੰਗਤਾ ਮਮਤਾ ਦੇ ਦਵੈਤ ਭਾਵ ਦੂਰ ਕੀਤਾ, ਉਹੀ ਸੱਚ ਨਿਸ਼ਚੈ ਕਰਕੇ ਇੱਕੋ ਇੱਕ ਹਰੀ ਨੂੰ ਜਾਣਦਾ ਹੈ। ਸਭ ਕੁਝ ਕਿਸ ਤਰ੍ਹਾਂ ਸੁੱਝ ਆਉਂਦਾ ਤੇ ਮਹਾਰਾਜ ਫਰਮਾਉਂਦੇ ਨੇ, ਜੀਵਤ ਮਰੈ ਤਾਂ ਸਭ ਕਿਛ ਸੂਝੈ। ਜੇ ਜੀਵਤ ਭਾਵ ਤੋਂ ਮਰੇ ਤੇ ਤਾਂ ਹੀ ਸਭ ਕੁਝ ਮਿਥਿਆ ਰੂਪਤਾ ਆਦਿ ਕਰਕੇ ਸੁੱਝਦਾ ਹੈ। ਫਿਰ ਉਸ ਪੁਰਖ ਦਾ ਕਰਤੱਵ ਕੈਸਾ ਹੁੰਦਾ? ਅੰਤਰ ਜਾਣੈ ਸਰਬ ਦਇਆ। ਉਹ ਹਿਰਦੇ ਵਿੱਚ ਸਾਰਿਆਂ ਤੇ ਦਇਆ ਕਰਨੀ ਜਾਣਦਾ ਹੈ। ਫਿਰ ਵਡਿਆਈ ਕਿਹਨੂੰ ਮਿਲਦੀ ਹੈ? ਨਾਨਕ ਤਾ ਕਉ ਮਿਲੈ ਵਡਾਈ। ਸਤਿਗੁਰੂ ਜੀ ਕਥਨ ਕਰਦੇ ਕਿ ਉਹਨੂੰ ਸਰੂਪ ਦੀ ਪ੍ਰਾਪਤੀ ਰੂਪ ਵਡਿਆਈ ਮਿਲਦੀ ਹੈ। ਆਪ ਪਛਾਣੈ ਸਰਬ ਜੀਆ। ਜੋ ਸਾਰੇ ਜੀਆਂ 'ਚ ਆਪਣਾ ਆਤਮਾ ਰੂਪ ਕਰਕੇ ਪਹਿਚਾਣਦਾ ਹੈ। ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਭੁੱਲਾਂ ਚੁੱਕਾ ਖਿਮਾ ਕਰਨੀਆਂ ਜੀ। ਅੱਗੇ ਤੋਂ ਸਮਤ ਬਖਸ਼ਣੇ। 24 ਪੌੜੀਆਂ ਦੀ ਵਿਚਾਰ ਇੱਥੇ ਸੰਪੰਨ ਹੋਈ ਹੈ। ਕਥਾ ਦਾ ਵਿਸ਼ਰਾਮ ਦਿੰਦੇ ਹਾਂ। ਏਕੇ ਕਉ ਸਚ ਏਕਾ ਜਾਣੈ, ਹਉਮੈ ਦੂਜਾ ਦੂਰ ਕੀਆ। ਜੀਵਤ ਮਰੈ ਤਾ ਸਭ ਕਿਛ ਸੂਝੈ, ਅੰਤਰ ਜਾਣ ਸਰਬ ਦਇਆ। ਨਾਨਕ ਤਾ ਕਉ ਮਿਲੈ ਵਡਾਈ। ਆਪ ਪਛਾਣ ਸਰਬ ਜੀਆ। ਵਾਹਿਗੁਰੂ ਜੀ ਕਾ ਖਾਲਸਾ,